गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो सानू उपदेश बख्शिश कर रही, साडे मन नूं समझाउंदे कि तू रजा दे विच आ, तू परमात्मा दे भाणी विच आ, तू उहदे हुक्म दे विच। साडा मन बड़े आपदी जदों मत द्वारा चलदा है, भाणी दे विच नहीं आउंदा, हुक्म दे विच नहीं आउंदा, फिर ये दुखी हुंदा। फिर इनू ये चक्कर पैंदा है जन्म मरण दा। फिर ये साडा वार वार आउणा जाना संसार दे विच ये बनिया रहिंदा है, जद तक हुण साडा मन हुक्म दे विच आउंदा नहीं। हुण हुक्म है की है जिहदे विच सानू आउण नूं कह रही, जिवें कहंदे तां सारे जीवी ने संसार च बई परमात्मा दे हुक्म तो बिना एक पता तक नहीं हिलदा। हुण हुक्म की है जिहड़े हुक्म तो बिना असीं कहने पता नहीं हिलदा, वो हुक्म नूं जानना, वो हुक्म नूं बुझना भी यह हुक्म किहड़ा है, वो हुक्म की है, किस नूं हुक्म कहंदे ने। उदां कह देना वो तो सारे कह देंगे, वो गल वक्री भी उहदे हुक्म तो बिना पता नहीं हिलदा, वो तो कह दिता तो हरेक ही कह दिंदा। पर उदों हुक्म नूं जान लैना, वो हुक्म नूं बुझ लेना तो हुक्म दे विच आ जाना। गुरबाणी गुरु सानूं
ਫਿਰ ਉਹ ਹੁਕਮ ਦਾ ਭੇਤ ਦਿੰਦੀ। ਸਾਨੂੰ ਇਹੀ ਕਹਿੰਦੇ ਮਨ ਨੂੰ ਬਈ ਤੂੰ ਇਹ ਹੁਕਮ ਨੂੰ ਬੁੱਝ ਕੇ ਹੁਕਮ ਦੇ ਵਿੱਚ ਆ ਜਾ। ਜੇ ਸਾਡਾ ਮਨ ਹੁਕਮ ਦੇ ਵਿੱਚ ਆ ਜਾਂਦਾ ਫਿਰ ਜੋ ਵੀ ਪਰਮਾਤਮਾ ਕਰਦਾ ਹੈ ਉਹ ਕੀਤਾ ਹੋਇਆ ਸਾਨੂੰ ਪਰਮਾਤਮਾ ਦਾ ਬੜਾ ਮਿੱਠਾ ਅਤੇ ਬੜਾ ਪਿਆਰਾ ਲੱਗਦਾ। ਉਹਦੇ ਵਿੱਚ ਸਾਨੂੰ ਕੋਈ ਸਵਾਰਥ ਨਹੀਂ ਹੁੰਦਾ। ਇਹ ਨਹੀਂ ਵੀ ਸਾਨੂੰ ਸੰਸਾਰੀ ਸੁੱਖ ਮਿਲਣਗੇ ਅਤੇ ਅਸੀਂ ਫਿਰ ਹੀ ਆਪਦੇ ਆਪ ਨੂੰ ਸੁਖੀ ਮੰਨਾਂਗੇ ਜਾਂ ਆਖਾਂਗੇ ਵੀ ਇਹ ਸਾਡੇ ਵਾਸਤੇ ਬਹੁਤ ਚੰਗਾ ਹੋ ਰਿਹਾ ਕਿ ਤਾਂਹੀਓ ਠੀਕ ਹਾਂ। ਚਾਹੇ ਸੰਸਾਰ ਦਾ ਕੁਛ ਵੀ ਹੋਵੇ, ਚਾਹੇ ਸੰਸਾਰੀ ਜੀਵਨ ਨੂੰ ਚੰਗਾ ਆਖਣ ਚਾਹੇ ਉਹਨੂੰ ਮਾੜਾ ਆਖਣ, ਸਾਡੇ ਮਨ ਨੂੰ ਉਹ ਮਾੜਾ ਨਹੀਂ ਲੱਗੇਗਾ, ਸਾਡੇ ਮਨ ਨੂੰ ਉਹ ਮਿੱਠਾ ਲੱਗੇਗਾ। ਭਾਣਾ ਬਈ ਤੂੰ ਜੋ ਵੀ ਕਰ ਰਿਹਾ ਹੈ ਉਹੀਓ ਸਾਡੇ ਵਾਸਤੇ ਭਲਾ ਹੈ, ਉਹੀਓ ਸਾਡੇ ਵਾਸਤੇ ਚੰਗਾ। ਅਕਾਲ ਪੁਰਖ ਸਾਡੇ 'ਤੇ ਇੰਨੀ ਕੁ ਕਿਰਪਾ ਕਰਦਾ ਬਈ ਉਹਦਾ ਕੀਤਾ ਹੋਇਆ ਸਾਨੂੰ ਪਿਆਰਾ ਲੱਗਣ ਲੱਗ ਜੇ, ਸਾਡਾ ਮਨ ਰੋਸ ਨਾ ਕਰੇ। ਅਤੇ ਇਹਨੂੰ ਕਹਿੰਦੇ ਗੁਰੂ ਦੀ ਮੱਤ, ਇਹਨੂੰ ਕਹਿੰਦੇ ਗੁਰਬਾਣੀ ਗੁਰੂ ਵਿੱਚ ਸਮੱਤ। ਵੀ ਜੋ ਪਰਮਾਤਮਾ ਕਰਦਾ ਉਹਦਾ ਕੀਤਾ ਹੋਇਆ ਉਹੀਓ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ, ਭਗਤਾਂ ਨੂੰ ਉਹ ਪਿਆਰਾ ਲੱਗਦਾ। ਮਹਾਰਾਜ ਕਹਿੰਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮੱਤ ਸਾਧੂ ਦੇ ਭਾਈ। ਇਹਨੂੰ ਸਮੱਤ ਕਹਿੰਦੇ ਵੀ ਜੋ ਤੂੰ ਕਰਦਾ ਹੈ ਉਹੀਓ ਭਲਾ ਹੈ, ਉਹੀਓ ਸਾਡੇ ਵਾਸਤੇ ਚੰਗਾ। ਇਹ ਵਾਸਤਾ ਸਾਡੇ ਮਨ ਦੀ ਬਣਚ, ਇਹ ਤਾਂ ਹੈ ਗੁਰਮੁਖ ਦੀ ਵਸ, ਭਗਤਾਂ ਦੀ। ਅਤੇ ਜਿਹੜਾ ਫਿਰ ਮਨ ਹੁਕਮ ਤੋਂ ਆਟੀ ਹੈ ਉਹਦੀ ਕੀ ਵਸ ਹੈ? ਉਹਦੀ ਵਸ ਇਹ ਹੈ ਵੀ ਉਹ ਹਰ ਸਮੇਂ ਰੋਸ ਹੀ ਕਰਦੀ। ਉਹਦੀ ਦੌੜ ਇਹ ਹੈ ਵੀ ਜੋ ਮੈਂ ਕਹਿ ਰਿਹਾ ਉਵੇਂ ਹੀ ਹੋਵੇ, ਜੋ ਮੈਂ ਮੰਗ ਰਿਹਾ ਉਹ ਮੈਨੂੰ ਮਿਲਣਾ ਚਾਹੀਦਾ। ਜੇ ਤਾਂ ਮੈਨੂੰ ਉਹ ਚੀਜ਼ ਮਿਲਦੀ ਹੈ ਤਾਂ ਮੈਂ ਮੰਨਾਂਗਾ, ਜੇ ਮੈਂ ਨਹੀਂ ਮਿਲਦੀ ਉਹ ਵਸਤੂ, ਮੇਰੀ ਮੰਗ ਨਹੀਂ ਪੂਰੀ ਹੁੰਦੀ, ਅਤੇ ਫਿਰ ਮੈਂ ਇੱਕ ਥਾਂ ਨੂੰ ਛੱਡ ਕੇ ਦੂਜੇ ਥਾਂ 'ਤੇ ਹੋਰ ਜਾਵਾਂਗਾ ਜਿੱਥੋਂ ਮੇਰੀ ਉਹ ਮੰਗ ਪੂਰੀ ਹੋ। ਉਹਦੇ ਵਾਸਤੇ ਫਿਰ ਇਸ ਸੰਸਾਰ ਦੇ ਵਿੱਚ ਜੀਵ ਅੱਗੇ ਦੀ ਅੱਗੇ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ। ਇੱਕ ਥਾਂ ਤੋਂ ਨਹੀਂ ਮੰਗ ਪੂਰੀ ਹੋਈ ਦੂਜੇ ਥਾਂ 'ਤੇ ਚਲੇ ਜਾਓ, ਦੂਜੇ ਥਾਂ ਤੋਂ ਨਹੀਂ ਪੂਰੀ ਹੋਈ ਤੀਜੇ ਥਾਂ 'ਤੇ। ਉਹ ਫਿਰ ਮੁੱਕਦਾ ਹੀ ਨਹੀਂ ਜੀਵ ਦਾ, ਉਹ ਗਾਂਹ ਦੀ ਗਾਂਹ ਵੱਧਦਾ ਹੀ ਜਾਂਦਾ। ਉਹਨੂੰ ਕਹਿੰਦੇ ਮਨਮੱਤ, ਉਹਨੂੰ ਕਹਿੰਦੇ ਮਨਮੁਖ। ਵੀ ਇਹ ਮਨਮੁਖ ਆਪਦੀ ਮੱਤ ਦੁਆਰਾ ਚੱਲਦਾ ਹੈ ਅਤੇ ਉਹ ਫਿਰ ਹਰ ਸਮੇਂ ਮੰਗ ਦੇ ਵਿੱਚ ਹੀ ਰਹਿੰਦਾ। ਸੰਸਾਰ ਦੀਆਂ ਮੰਗਾਂ ਦਾ ਨਿਆਵੀ, ਉਹ ਵੀ ਇਸ ਸਰੀਰ ਵਾਸਤੇ, ਇਹ ਤਨ ਵਾਸਤੇ, ਉਹਦੇ ਵਾਸਤੇ ਫਿਰ ਉਹ ਭੱਜਿਆ ਫਿਰਦਾ ਅਤੇ ਮਨਾਉਣ 'ਤੇ ਲੱਗਿਆ ਹੋਇਆ ਬਈ ਮੈਨੂੰ ਆਹ ਚੀਜ਼ ਮਿਲ ਜੇ, ਅਤੇ ਉਹ ਮਿਲ ਗਈ ਅਤੇ ਗਾਂਹ ਇੱਕ ਇੱਛਾ ਹੋਰ ਖੜੀ ਹੋ ਜਾਂਦੀ, ਹੁਣ ਆਹ ਵੀ ਮਿਲਣੀ ਚਾਹੀਦੀ। ਉਹ ਗਾਂਹ ਦੀ ਗਾਂਹ ਵੱਧਦਾ ਹੀ ਜਾਂਦਾ, ਉਹ ਤ੍ਰਿਸ਼ਨਾ ਮੁੱਕਦੀ ਹੋਈ ਨਹੀਂ, ਉਹ ਗਾਂਹ ਦੀ ਗਾਂਹ ਹੋਰ ਅੱਗੇ ਦੀ ਅੱਗੇ ਵਧੀ ਜਾਂਦੀ। ਔਰ ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਬਈ ਤੂੰ ਜੇ ਪਾਣੀ ਵਿੱਚ ਆ ਜੇ ਅਤੇ ਤੇਰੀ ਤ੍ਰਿਸ਼ਨਾ ਮੁੱਕ ਜੇ, ਤੇਰੀਆਂ ਇਹ ਆਸ਼ਾ ਅਭਿਲਾਸ਼ਾਵਾਂ ਇਹ ਖਤਮ ਹੋ ਜਾਣ ਅਤੇ ਸਾਡਾ ਮਨ ਠਹਿਰ ਜਾਂਦਾ। ਫਿਰ ਸਾਡੇ ਮਨ ਦੇ ਵਿੱਚ ਠਹਿਰਾਓ ਆ ਜਾਂਦਾ, ਸਾਡਾ ਮਨ ਵਿਸ਼ਰਾਮ ਕਰ ਲੈਂਦਾ। ਫਿਰ ਨਹੀਂ ਤਾਂ ਮਾਇਆ ਦੇ ਵਿੱਚ ਇਹ ਮਨ ਦਾ ਵਿਸ਼ਰਾਮ ਨਹੀਂ ਹੈ। ਮਨ ਦੀ ਭੱਜ ਦੌੜੀ ਸਾਰੀ ਉਮਰ ਜੀਵ ਦੌੜਦਾ ਰਹਿੰਦਾ।
ਤੇ ਅਖੀਰ ਨੂੰ ਇੱਥੇ ਹੀ ਫੇਰ ਦਮ ਤੋੜ ਦਿੰਦਾ, ਭੱਜਦਾ ਭੱਜਦਾ ਵਿਸ਼ਰਾਮ ਉਹ ਕਰਦਾ ਹੀ ਨਹੀਂ, ਅਤੇ ਉੱਧਰੋਂ ਸਮਾਂ ਖਤਮ ਹੋ ਜਾਂਦਾ ਸੀ। ਅਤੇ ਜਿਹਦੇ ਪਿੱਛੇ ਦੌੜਦਾ ਰਿਹਾ ਉਹ ਸਾਰਾ ਕੁਛ ਇੱਥੇ ਹੀ ਛੱਡ ਜਾਂਦਾ, ਅੱਗੇ ਕੁਛ ਨਾਲ ਨਹੀਂ ਜਾਂਦਾ। ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਮੇਰੇ ਮਨ ਗੁਰ ਕੇ ਭਾਣੇ ਚੱਲ, ਵੀ ਤੂੰ ਗੁਰੂ ਦੇ ਭਾਣੇ ਵਿੱਚ ਆ, ਮਾਲਕ ਦੇ ਭਾਣੇ ਵਿੱਚ। ਹੁਣ ਭਾਣਾ ਹੈ ਇਹ ਹੁਕਮ ਨਾਮ ਜੋ ਸਾਡੇ ਅੰਦਰ ਚੱਲ ਰਿਹਾ, ਅਨਹਦ ਸ਼ਬਦ, ਇਹ ਸਾਡੇ ਮਨ ਵਾਸਤੇ ਹੁਕਮ। ਮਨ ਨੂੰ ਕਹਿੰਦੇ ਵੀ ਤੂੰ ਇਹ ਹੁਕਮ ਨੂੰ ਸੁਣਦਾ ਰਹੇ, ਜੇ ਇਹ ਹੁਕਮ ਨੂੰ ਸੁਣਦਾ ਰਹੇਗਾ, ਇਹ ਹੁਕਮ ਦੇ ਦਾਇਰੇ ਵਿੱਚ ਰਹੇਗਾ, ਫਿਰ ਇਹਦਾ ਸੰਤੁਲਨ ਨਹੀਂ ਵਿਗੜੇ, ਸਾਡੇ ਮਨ ਦੇ ਵਿੱਚ ਰੋਸ ਨਹੀਂ ਆਏਗਾ, ਇਹਦੇ ਰਜਾ ਦੇ ਵਿੱਚ ਚੱਲਦਾ। ਫਿਰ ਜੋ ਵੀ ਹੋ ਰਿਹਾ ਇਹਨੂੰ ਭੁੱਲ ਹੀ ਲੱਗਦਾ, ਮਾਲਕ ਦਾ ਭਾਣਾ ਉਹਨੂੰ ਮਿੱਠਾ ਕਰਕੇ ਮੰਨਦਾ। ਮਾਰੇ ਕਹਿੰਦੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੀ। ਬਈ ਮਾਲਕ ਦਾ ਕੀਤਾ ਹੋਇਆ ਸਾਨੂੰ ਉਹ ਮਿੱਠਾ ਲੱਗਣ ਲੱਗ ਜੀ, ਸਾਨੂੰ ਉਹ ਪਿਆਰਾ ਲੱਗਣ ਲੱਗ ਸੀ। ਅਤੇ ਉਹਨੂੰ ਕਹਿੰਦੇ ਵੀ ਇਹ ਮਨ ਹੁਕਮ ਦੇ ਵਿੱਚ, ਇਹ ਬਾਣੀ ਦੇ ਵਿੱਚ, ਅਤੇ ਜਿਹੜਾ ਸੁੱਖ ਉਹਦੇ ਬਾਣੀ ਵਿੱਚ, ਉਹ ਸੁੱਖ ਸੰਸਾਰ ਦੇ ਵਿੱਚ ਬਾਹਰ ਕਿਤੇ ਵੀ ਨਹੀਂ। ਜਿਹੜਾ ਸੁੱਖ ਮਾਲਕ ਦੇ ਹੁਕਮ ਦੇ ਵਿੱਚ, ਉਹਦੀ ਨੌਕਰੀ, ਮਾਲਕ ਦੀ ਚਾਕਰੀ ਕਰਕੇ, ਉਹਦਾ ਹੁਕਮ ਮੰਨ ਕੇ, ਉਹ ਸੁੱਖ ਸੰਸਾਰ ਦੇ ਰਾਜ ਭਾਗ ਦੇ ਵਿੱਚ ਵੀ ਨਹੀਂ। ਮਾਰੇ ਕਹਿੰਦੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ। ਤਾਈਓਂ ਫਿਰ ਗੁਰਮੁਖਾਂ ਨੇ ਮਾਲਕ ਦੇ ਪਿਆਰ ਦੇ ਵਿੱਚ, ਉਹਦੇ ਚਰਨਾਂ ਦੀ ਪ੍ਰੀਤ ਦੇ ਵਿੱਚ ਉਹਨਾਂ ਨੇ ਆਖਿਆ ਵੀ ਸਾਨੂੰ ਸੰਸਾਰੀ ਰਾਜ ਭਾਗ ਦੀ ਲੋੜ ਨਹੀਂ। ਜਿਵੇਂ ਸੰਸਾਰ ਦੀ ਤਾਂ ਦੌੜ ਲੱਗੀ ਨਾ, ਸੰਸਾਰ ਤਾਂ ਛੋਟੀਆਂ ਛੋਟੀਆਂ ਮੰਗਾਂ ਪਾਸ ਪਿੱਛੇ ਦੌੜਾ ਫਿਰਦਾ, ਭੱਜਾ ਫਿਰਦਾ। ਭਗਤਾਂ ਨੇ ਉਹ ਰਾਜ ਵੀ ਠਕਰਾ ਦਿੱਤਾ, ਸਾਨੂੰ ਰਾਜ ਦੀ ਲੋੜ ਨਹੀਂ, ਨਾ ਸਾਨੂੰ ਮੁਕਤੀ ਦੀ ਲੋੜ ਹੈ, ਸਾਨੂੰ ਮੁਕਤੀ ਵੀ ਨਹੀਂ ਚਾਹੀਦੀ, ਸਾਨੂੰ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ, ਵੀ ਸਾਡੀ ਤੇਰੇ ਚਰਨਾਂ ਦੇ ਨਾਲ ਬਣ ਆਵੇ, ਸਾਡਾ ਪਿਆਰ ਤੇਰੇ ਚਰਨਾਂ ਦੇ ਵਿੱਚ ਪੈ ਜਾਵੇ। ਇਹ ਭਗਤਾਂ ਦੀ ਮੰਗ, ਇਹ ਗੁਰਮੁਖਾਂ ਦੀ ਇੱਛਾ ਹੁੰਦੀ। ਮਾਰੇ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੀ। ਪਰਮਾਤਮਾ ਨਿਰੰਕਾਰ ਦੇ ਚਰਨਾਂ ਦੀ ਪ੍ਰੀਤ, ਉਹਦੇ ਚਰਨ ਕਮਲਾਂ ਦੇ ਨਾਲ ਪਿਆਰ। ਹੁਣ ਉਹਦੇ ਚਰਨਾਂ ਦੇ ਨਾਲ ਪਿਆਰ ਸਾਡਾ ਫੇਰ ਹੀ ਪਏਗਾ ਜਦੋਂ ਅਸੀਂ ਉਹਦੇ ਚਰਨਾਂ ਨਾਲ ਜੁੜਾਂਗੇ। ਹੁਣ ਚਰਨ ਕੀ ਨੇ? ਨਾਮ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚਿੱਤ ਚਰਨ ਨਾਮ। ਬਈ ਪਰਮਾਤਮਾ ਦੇ ਚਰਨ ਕੀ ਨੇ? ਨਾਮ ਹੈ ਜਿਹੜਾ, ਉਹੀਓ ਪਰਮਾਤਮਾ ਵਾਹਿਗੁਰੂ ਦੇ ਚਰਨ। ਅਤੇ ਗੁਰਮੁਖਾਂ ਦੀ ਇੱਛਾ ਹੀ ਇਹ ਹੁੰਦੀ, ਤਵ ਚਰਨਨ ਮਨ ਰਹੇ ਹਮਾਰਾ। ਵੀ ਸਾਡੇ 'ਤੇ ਐਸੀ ਕਿਰਪਾ ਕਰ ਵੀ ਜਿਹੜਾ ਸਾਡਾ ਮਨ ਉਹ ਤੇਰੇ ਚਰਨਾਂ ਦੇ ਵਿੱਚ ਹੀ ਰਹੇ, ਉਹ ਤੇਰੇ ਚਰਨਾਂ ਦੇ ਨਾਲ ਜੁੜਿਆ ਰਹੇ। ਇਹ ਭਗਤਾਂ ਦੀ ਮੰਗ, ਇਹ ਗੁਰਮੁਖਾਂ ਦੀ ਮੰਗ ਵੀ ਅਸੀਂ ਤੇਰੇ ਚਰਨਾਂ ਦੇ ਨਾਲ ਜੁੜਨਾ ਚਾਹੁੰਦੇ ਹਾਂ, ਤੇਰੇ ਚਰਨਾਂ ਦੀ ਪ੍ਰੀਤ ਚਾਹੁੰਦੇ ਹਾਂ, ਸਾਡੇ 'ਤੇ ਕਿਰਪਾ ਕਰੋ। ਹੁਣ ਜਦੋਂ ਅਸੀਂ ਇਹ ਮੰਗ ਰੱਖਾਂਗੇ
ਤੇ ਮਾਲਕ ਸਾਡੀ ਭਾਵਨਾ ਦੀ, ਵੀ ਸਾਡੀ ਕੀ ਭਾਵਨਾ ਹੈ। ਜਿੱਦਾਂ ਦੀ ਸਾਡੇ ਮਨ ਦੀ ਭੁੱਖ ਹੁੰਦੀ ਹੈ, ਉੱਦਾਂ ਦੀ ਸਾਡੇ ਮਨ ਦੀ ਭੁੱਖ ਪੂਰੀ ਕਰ ਦਿੰਦੀ। ਸਤਿਗੁਰੂ ਕਹਿੰਦੇ, ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ। ਪਰਮਾਤਮਾ ਸਾਡਾ ਸਾਰਿਆਂ ਦਾ ਸਵਾਮੀ, ਸਾਡਾ ਪਤੀ ਪਰਮੇਸ਼ਰ। ਜਿੱਦਾਂ ਦੀ ਸਾਡੀ ਭੁੱਖ ਹੁੰਦੀ, ਉੱਦਾਂ ਦੀ ਭੁੱਖ ਦੀ ਪੂਰਤੀ ਕਰ ਦਿੰਦਾ। ਜੇ ਹੁਣ ਸਾਡੇ ਮਨ ਦੇ ਵਿੱਚ ਉਹਦੇ ਦਰਸ਼ਨਾਂ ਦੀ ਪਿਆਸ, ਸਾਡੇ ਅੰਦਰ ਇੱਛਾ ਉਹਦੇ ਚਰਨਾਂ ਦੀ ਨਾਲ ਜੁੜਨ ਦੀ, ਤੇ ਸਾਡੀ ਮਾਲਕ ਉਹ ਇੱਛਾ ਪੂਰੀ ਕਰ ਦਿੰਦਾ। ਮਹਾਰਾਜ ਕਹਿੰਦੇ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਰੱਬ ਮਿਲਿਆ ਅੰਤਰਜਾਮੀ। ਸਾਡੇ ਚਰਨਾਂ ਦੇ ਵਿੱਚ ਪਿਆਸ ਲੱਗੀ ਉਹਦੇ ਦਰਸ਼ਨਾਂ ਦੀ, ਤੇ ਉਹ ਆਪਾਂ ਨੂੰ ਮਾਲਕ ਮਿਲ ਪੈਂਦੇ। ਜੇ ਹੁਣ ਸਾਡੇ ਅੰਦਰ ਪਿਆਸ ਹੈ ਸੰਸਾਰ ਦੇ ਪਦਾਰਥਾਂ ਦੀ, ਮਾਇਆ ਦੀ, ਜਿਵੇਂ ਮਨਮੁਖ ਹੈ ਜਿਹੜਾ, ਉਹਦੇ ਅੰਦਰ ਭੁੱਖ ਹੁੰਦੀ ਇਹ ਸੰਸਾਰ ਦੀ, ਬਈ ਉਹਦੀ ਕੋਈ ਨਾ ਕੋਈ ਸੰਸਾਰ ਦੀ ਮੰਗ ਹੁੰਦੀ, ਵੀ ਮੈਂ ਵੱਧ ਤੋਂ ਵੱਧ ਧਨ ਇਕੱਠਾ ਕਰ ਲਾਂ, ਮੈਂ ਵੱਧ ਤੋਂ ਵੱਧ ਸੰਸਾਰ ਦੀਆਂ ਸੁੱਖ ਸਹੂਲਤਾਂ ਇਕੱਠੀਆਂ ਕਰ ਲਾਂ, ਮੇਰੇ ਕੋਲ ਵੱਧ ਤੋਂ ਵੱਧ ਮੇਰਾ ਕਾਰੋਬਾਰ ਵੱਧ ਜੇ, ਵੱਧ ਤੋਂ ਵੱਧ ਮੈਂ ਸੰਸਾਰ ਦਾ ਇਕੱਠਾ ਕਰ ਲਾਂ, ਉਹਦੀ ਇਹ ਮੰਗ ਹੁੰਦੀ। ਹੁਣ ਜਿਹੜੀ ਇਹ ਮੰਗ ਹੈ ਸੰਸਾਰ ਦੀ, ਤੇ ਉਹ ਕਦੇ ਪੂਰੀ ਹੁੰਦੀ ਨਹੀਂ ਜੀਵ ਦੀ, ਕਿਉਂਕਿ ਉਹਦੇ ਵਿੱਚ ਨਾ ਹੀ ਜੀਵ ਦੀ ਤ੍ਰਿਪਤੀ ਹੁੰਦੀ, ਕਿਉਂਕਿ ਇਹਦੇ ਵਿੱਚ ਇਹ ਸਾਡੀ ਗਾਂ ਦੀ ਗਾਂ ਪਿਆਸ ਹੋਰ ਵੱਧਦੀ ਜਾਣੀ, ਤ੍ਰਿਸ਼ਨਾ ਗਾਂ ਦੀ ਗਾਂ ਹੋਰ ਵੱਧਦੀ ਜਾਣੀ, ਇਹ ਮੁੱਕਦੀ ਨਹੀਂ, ਖਤਮ ਨਹੀਂ ਹੁੰਦੀ। ਜਿਵੇਂ ਪਹਿਲਾਂ ਥੋੜ੍ਹਾ ਧਨ ਹੈ ਅਤੇ ਉਹਨੂੰ ਲੱਗਦਾ ਵੀ ਹੁਣ ਥੋੜ੍ਹਾ ਹੋਰ ਵੱਧ ਜੇ, ਅਤੇ ਉਹ ਹੋਰ ਵਾਧਾ ਹੋ ਗਿਆ, ਹੋਰ ਗਾਂ ਵੱਧ ਗਈ, ਹੁਣ ਹੋਰ ਵੱਧ ਜੇ। ਜਿਵੇਂ ਪਹਿਲਾਂ ਜੀਵ ਕੋਲ ਲੱਖਾਂ, ਫਿਰ ਉਹ ਕਹਿੰਦਾ ਵੀ ਹੁਣ ਕਰੋੜ ਹੋ ਜੇ, ਉਹ ਕਰੋੜ ਹੋ ਗਿਆ। ਫਿਰ ਉਹ ਕਹਿੰਦਾ ਵੀ ਹੁਣ ਹੋਰ ਗਾਂ ਅਰਬਾਂਪਤੀ ਹੋ ਜਾ। ਉਹ ਗਾਂ ਦੀ ਗਾਂ ਜਿਹੜੀ ਤ੍ਰਿਸ਼ਨਾ ਉਹ ਹੋਰ ਵੱਧਦੀ ਜਾਂਦੀ, ਉਹ ਮੁੱਕਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਆਈਆਂ ਮਾਰੇ ਕਹਿੰਦੇ ਤ੍ਰਿਸ਼ਨਾ ਵਿਰਲੇ ਦੀ ਵੱਜਦੀ, ਵਿਰਲੇ ਕਿਹਦੀ, ਜਿਹੜੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਉਹਨਾਂ 'ਚ। ਇਸ ਲਈ ਫਰਮਾਉਂਦੇ, ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਕੋਹੀ ਲੂਝੀ ਹੈ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਤ੍ਰਿਸ਼ਨਾ ਜੀਵ ਦੀ ਖਤਮ ਹੀ ਨਹੀਂ ਹੁੰਦੀ। ਕਰੋੜਾਂ ਜੋੜ ਲਏ, ਅਰਬਾਂ ਜੋੜ ਲਏ, ਉਹ ਹੋਰ ਅੱਗੇ ਦੀ ਅੱਗੇ ਹੋਰ ਵੱਧਦੀ ਜਾਂਦੀ, ਗਾਂ ਹੋਰ ਚਾਹੀਦਾ, ਹੋਰ ਚਾਹੀਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਖਤਮ ਨਹੀਂ ਹੋਣੀ, ਇਹ ਅੱਗੇ ਦੀ ਅੱਗੇ ਵੱਧਦੀ ਜਾਣੀ, ਇਹ ਮੁੱਕਦੀ ਨਹੀਂ। ਸੰਸਾਰ 'ਚ ਜੀਵ ਤਾਂ ਮੁੱਕ ਜਾਂਦਾ, ਸਮਾਂ ਉਹਦਾ ਖਤਮ ਹੋ ਜਾਂਦਾ, ਸਵਾਸ ਮੁੱਕ ਜਾਂਦੇ, ਇਹ ਉਹਦੀ ਦੌੜ ਨਹੀਂ ਮੁੱਕਦੀ, ਸਾਰੀ ਉਮਰ ਦੌੜਦਾ ਹੀ ਰਹਿੰਦਾ। ਅਤੇ ਇਹੋ ਦੌੜ ਫਿਰ ਸਾਨੂੰ ਅੱਗੇ ਜੂਨਾਂ ਦੇ ਵਿੱਚ ਲੈ ਕੇ ਜਾਂਦੀ। ਇਹ ਸੰਸਾਰ ਦੀ ਦੌੜ ਹੈ, ਬਾਹਰ ਦੀ ਯਾਤਰਾ ਅੱਗੇ ਜੂਨਾਂ 'ਚ ਜਾਂਦੀ। ਇਹ ਦੋ ਰਾਹ ਨੇ। ਮਹਾਰਾਜ ਕਹਿੰਦੇ ਇੱਕ ਲਿਵਦਾ, ਦੂਸਰਾ ਧਾਰ ਦਾ। ਲਿਵਦਾ ਮਾਰਗ ਨਾਮ ਦਾ ਰਸਤਾ, ਸਾਡੇ ਅੰਦਰ ਦੀ ਯਾਤਰਾ, ਪ੍ਰੇਮ ਦਾ ਮਾਰਗ, ਮਾਲਕ ਦੇ ਚਰਨਾਂ ਦੇ ਨਾਲ ਜੁੜਨਾ। ਜਿਹੜਾ ਧਾਰ ਦਾ ਰਸਤਾ,
ਉਹ ਮਨਮੁਖਾਂ ਦਾ ਰਾਹ, ਉਹਦੇ 'ਤੇ ਵੈਰ ਵਿਰੋਧ, ਨਿੰਦਿਆ, ਚੁਗਲੀ, ਲੜਾਈਆਂ ਝਗੜੇ, ਹਉਮੈ, ਹੰਕਾਰ, ਉਹ ਅੱਗੇ ਜੂਨਾਂ ਦੇ ਵਿੱਚ ਜਾਂਦਾ। ਉਹ ਰਸਤਾ ਜਿਹੜਾ ਗਾਂ ਆਕਾਰਾਂ ਦੇ ਵਿੱਚ ਸਾਨੂੰ ਲੈ ਜਾਂਦਾ। ਇਹ ਦੋ ਹੀ ਰਾਹ ਨੇ, ਤੀਜਾ ਹੋਰ ਕੋਈ ਰਾਹ ਨਹੀਂ। ਸਿਰਫ ਦੋ ਹੀ ਰਾਹ ਮਹਾਰਾਜ ਕਹਿੰਦੇ, ਲੈ ਵਧਾਤ ਦੋਇ ਰਾਹੋ ਹੈ, ਹੁਕਮੀ ਕਾਰ ਕਮਾਈ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਈ। ਬਈ ਗੁਰਮੁਖਾਂ ਨੇ ਤਾਂ ਆਪਦਾ ਮਨ ਹੀ ਮਾਰ ਦਿੱਤਾ, ਸ਼ਬਦ ਦੀ ਕਸਵੱਟੀ ਐਸੀ ਲਾਈ ਵੀ ਉਹਨਾਂ ਨੇ ਆਪਦਾ ਮਨ ਮਾਰ ਕੇ ਉਹ ਮਾਲਕ ਨਾਲ ਜੁੜ ਗਏ, ਪਰਮਾਤਮਾ ਦੇ ਚਰਨਾਂ ਨਾਲ। ਅਤੇ ਜਿਹੜਾ ਧਾਰ ਦਾ ਰਸਤਾ ਉਹ ਮਰਨ ਵਾਲਾ ਨਹੀਂ, ਉਹ ਹੋਰ ਅੱਗੇ ਹੰਕਾਰ ਪੈਦਾ ਕਰਦਾ, ਉਹਦੇ ਨਾਲ ਹੋਰ ਹਉਮੈ ਵੱਧਦੀ। ਜਿੰਨਾ ਅਸੀਂ ਸਾਜੋ ਸਮਾਨ ਇਕੱਠਾ ਕੀਤੀ ਜਾਵਾਂਗੇ, ਜਿੰਨਾ ਵੱਧਦਾ ਜਾਏਗਾ, ਉਹਨਾਂ ਨਾਲ ਹਉਮੈ ਹੰਕਾਰ ਵੀ ਵੱਧਦਾ ਜਾਏਗਾ। ਆਪਾਂ ਦੇਖਦੇ ਹਾਂ ਨਾ, ਜਿਹਦੇ ਕੋਲ ਜਿੰਨਾ ਜ਼ਿਆਦਾ ਹੁੰਦਾ ਓਨਾ ਹੰਕਾਰੀ ਹੁੰਦਾ, ਓਨੀ ਹਉਮੈ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਜਿਹੜਾ ਸੰਸਾਰ ਦਾ ਖੇਲ ਹੈ, ਇਹ ਉਲਟਾ ਪੁੱਠਾ ਚੱਲਦਾ। ਜਿਹਨੂੰ ਸੰਸਾਰ ਕਹਿੰਦਾ ਤਰੱਕੀ, ਇਹ ਕੋਈ ਤਰੱਕੀ ਨਹੀਂ ਹੈ। ਅਸੀਂ ਕੋਈ ਤਰੱਕੀ ਨਹੀਂ ਕੀਤੀ ਬਹੁਤ। ਜੇ ਅਸੀਂ ਆਖੀਏ ਨਾ ਵੀ ਸੰਸਾਰ 'ਚ ਵੀ ਪਹਿਲਾਂ ਸਾਡੇ ਕੱਚੇ ਘਰ ਸੀ, ਹੁਣ ਅਸੀਂ ਪੱਕੇ ਪਾ ਲਏ, ਇਹ ਕੋਈ ਤਰੱਕੀ ਨਹੀਂ ਹੈ। ਤਰੱਕੀ ਹੁੰਦੀ ਆਤਮਿਕ ਤੌਰ 'ਤੇ ਤਰੱਕੀ ਕਰਨੀ, ਸਾਡਾ ਮਨ ਉੱਚਾ ਹੋਵੇ। ਸਾਡੇ ਮਨ ਕਿੰਨੇ ਕੁ ਸਹਿਜ ਵਿੱਚ ਗਏ, ਕਿੰਨਾ ਕੁ ਅਸੀਂ ਪਰਮਾਤਮਾ ਨਿਰੰਕਾਰ ਨਾਲ ਜੁੜੇ, ਕਿੰਨੀ ਅਸੀਂ ਭਗਤੀ ਕੀਤੀ, ਇਹ ਤਰੱਕੀ ਹੈ। ਜਿਹਨੂੰ ਸੰਸਾਰ ਤਰੱਕੀ ਕਹਿੰਦਾ, ਇਹ ਤਰੱਕੀ ਨਹੀਂ। ਅਸੀਂ ਵਿਨਾਸ਼ ਵਾਲੇ ਪਾਸੇ ਨੂੰ ਜਾ ਰਹੇ ਹਾਂ। ਧਾਰ ਦਾ ਰਸਤਾ ਇਹ ਅਸੀਂ ਇੱਕ ਦਿਨ ਆਪਦੇ ਆਪ ਨੂੰ ਖਤਮ ਕਰ ਲੈਣਾ ਇਹਦੇ ਵਿੱਚ। ਜੋ ਗੁਰੂ ਨਾਨਕ ਦੇਵ ਜੀ ਨੇ ਭਵਿੱਖਬਾਣੀ ਕੀਤੀ ਗੁਰਬਾਣੀ ਗੁਰੂ ਵਿੱਚ, ਇਹ ਜਿਹੜਾ ਵਿਗਿਆਨ ਜਿਹਦੇ ਵਿੱਚ ਹੁਣ ਸੰਸਾਰ ਦੀ ਦੌੜ ਲੱਗੀ ਹੈ, ਇਹ ਵਿਗਿਆਨ ਹੀ ਸਾਨੂੰ ਵਿਨਾਸ਼ ਦੀ ਵਾਸੇ ਨੂੰ ਲੈ ਕੇ ਜਾ ਰਿਹਾ। ਇਹੋ ਇੱਕ ਦਿਨ ਇਸੇ ਮਹਾਂਪਰਲੋਂ ਦਾ ਕਾਰਨ ਬਣੇਗਾ। ਇੱਥੇ ਕੁਛ ਬਚਣਾ ਹੀ ਨਹੀਂ, ਸਾਰਾ ਕੁਛ ਹੀ ਖਤਮ ਹੋ ਜਾਣਾ। ਮਹਾਰਾਜ ਨੇ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਫਿਰ ਇਹ ਭਵਿੱਖਬਾਣੀ ਦੱਸੀ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਬ੍ਰਹਮ ਦਾ ਗਿਆਨ ਲਵਾਂਗੇ, ਜੇ ਅਸੀਂ ਨਾਮ ਦੇ ਨਾਲ ਜੁੜਾਂਗੇ, ਅਤੇ ਸਾਡਾ ਜਿਹੜਾ ਜੀਵਨ ਹੈ ਉਹ ਸਹਿਜ ਵਾਲਾ ਹੋਏਗਾ। ਫਿਰ ਅਸੀਂ ਆਤਮਿਕ ਤੌਰ 'ਤੇ ਤਰੱਕੀ ਕਰਾਂਗੇ। ਜੇ ਅਸੀਂ ਹੁਣ ਸਤ ਸੰਗਤ ਨਹੀਂ ਕਰਾਂਗੇ, ਸਿਮਰਨ ਨਹੀਂ ਕਰਾਂਗੇ, ਗੁਰੂ ਦੀ ਮੱਤ ਨਹੀਂ ਲਵਾਂਗੇ, ਅਤੇ ਇਹ ਨਾ ਜਾਣੋ ਵੀ ਅਸੀਂ ਤਰੱਕੀ ਵਾਲੇ ਪਾਸੇ ਨੂੰ ਜਾ ਰਹੇ ਹਾਂ। ਅਸੀਂ ਹੋਰ ਥੱਲੇ ਨੂੰ ਜਾ ਰਹੇ ਹਾਂ। ਅਸੀਂ ਹੋਰ ਅਗਿਆਨਤਾ ਵੱਲ ਨੂੰ ਵੱਧ ਰਹੇ ਹਾਂ, ਹੋਰ ਵਿਨਾਸ਼ ਵੱਲ ਨੂੰ ਵੱਧ ਰਹੇ ਹਾਂ। ਅਤੇ ਉਹੀਓ ਕਾਰਨ ਆਪਾਂ ਦੇਖਦੇ ਹਾਂ ਵੀ ਹੁਣ ਜਿਉਂ-ਜਿਉਂ ਇਹ ਵਿਗਿਆਨ ਤਰੱਕੀ ਕਰ ਰਹੇ ਅਤੇ ਬੱਚੇ ਕਿੰਨੇ ਵਿਗੜ ਰਹੇ। ਉਹਦਾ ਕਾਰਨ ਕੀ ਹੈ? ਇਹ ਵਿਗਿਆਨ। ਜਿਉਂ-ਜਿਉਂ ਤਰੱਕੀ ਕਰਾਂਗੇ ਅਤੇ ਉਹਦੇ ਹੋਰ ਵਿਗੜਨਗੇ, ਉਹਨਾਂ ਦੇ ਮਨ ਹੋਰ ਸ਼ਾਂਤ ਹੋਣਗੇ ਅਤੇ ਹੋਰ ਦੁਖੀ ਹੋਣਗੇ। ਉਹਨਾਂ ਦੇ ਅੰਦਰ ਜਿਹੜੀ ਸਹਿਣਸ਼ੀਲਤਾ, ਸਬਰ, ਸੰਤੋਖ, ਇਹ ਖਤਮ ਹੁੰਦਾ ਜਾਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਇਹ ਹੋਰ ਹਾਵੀ ਹੁੰਦੇ ਜਾਣ। ਜਿਉਂ-ਜਿਉਂ ਵਿਗਿਆਨ ਤਰੱਕੀ ਕਰਦਾ ਹੈ, ਇਹ ਸਤੋ ਗੁਣ ਖਤਮ ਹੁੰਦਾ ਜਾਂਦਾ। ਇਹ ਦੋ ਹੀ ਰਹਿ ਜਾਂਦੇ, ਰਜੋ ਗੁਣ ਅਤੇ ਤਮੋ ਗੁਣ। ਅਗਨ ਸਾਗਰ ਅਤੇ ਬਿੱਖ ਸਾਗਰ, ਇਹ ਦੋ ਰਹਿ ਜਾਂਦੇ। ਸੁੱਖ ਸਾਗਰ ਖਤਮ ਹੋ ਜਾਂਦਾ। ਇਹਦੇ ਵਿੱਚ ਅਗਨ ਸਾਗਰ 'ਚ ਜੀਵ ਜਲਣਗੇ ਅਤੇ ਬਿੱਖ ਸਾਗਰ ਜ਼ਹਿਰ ਦਾ ਭਰਿਆ ਹੋਇਆ, ਉਹਦੇ ਵਿੱਚ ਡੁੱਬਣਗੇ। ਉਹ ਜ਼ਹਿਰ ਹੋਰ ਸੁੱਧ ਬੁੱਧ ਮਾਰਦੇ, ਹੋਰ ਸ਼ਾਂਤ ਹੋ ਜਾਣਗੇ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਵੀ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਇਹ ਗੁਰੂ ਘਰ ਜਿਹੜੇ ਇਸੇ ਵਾਸਤੇ ਬਣੇ ਵੀ ਇੱਥੇ ਅਸੀਂ ਆ ਕੇ ਗੁਰੂ ਦੀ ਮੱਤ ਲਈਏ,
ਸਾਡੇ ਮਨ ਕਿਉਂ ਦੁਖੀ ਨੇ, ਕਿਉਂ ਅਸ਼ਾਂਤ ਨੇ, ਜਿਹੜੀ ਸਾਡੀ ਦੌੜ ਲੱਗੀ ਬਾਹਰ ਦੀ, ਇਹ ਸਾਡੀ ਦੌੜ ਬੰਦ ਹੋਵੇ ਅਤੇ ਅਸੀਂ ਅੰਤਰਮੁਖੀ ਹੋਈਏ, ਸਹਿਜ ਵਿੱਚ ਹੈ। ਗੁਰਬਾਣੀ ਗੁਰੂ ਵਿੱਚ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ ਤਾਂ ਸਾਨੂੰ ਮਾਲਕ 'ਤੇ ਭਰੋਸਾ ਆਉਂਦਾ, ਪਰਮਾਤਮਾ 'ਤੇ ਸਾਨੂੰ ਯਕੀਨ ਆਉਂਦਾ ਹੈ ਵੀ ਪਰਮਾਤਮਾ ਜੋ ਕਰੇਗਾ ਉਹ ਸਾਡੇ ਵਾਸਤੇ ਭਲਾ ਹੈ। ਭਾਵ ਦੇ ਮਾਰਗ 'ਤੇ ਸਾਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਹੈ। ਨਾ ਭਰੋਸਾ ਹੋਣ ਕਰਕੇ ਜੀਵ ਆਪਦੀ ਮੱਤ ਵਰਤਦਾ ਹੋਇਆ ਫਿਰ ਉਹ ਸਮਝਦਾ ਵੀ ਮੈਂ ਆਪਦੀ ਮੱਤ ਨਾਲ, ਆਪਦੀ ਸਿਆਣਪ ਨਾਲ ਵੱਧ ਤੋਂ ਵੱਧ ਇਕੱਠਾ ਕਰ ਲਵਾਂ। ਜਦੋਂ ਇਹ ਇਕੱਠਾ ਕਰਦਾ ਫਿਰ ਹਉਮੈ ਵੀ ਕਰਦਾ ਹੈ ਅਤੇ ਹੰਕਾਰ ਵੀ ਕਰਦਾ। ਦੂਜੇ ਨੂੰ ਕਹਿੰਦਾ ਇਹ ਕਮਲਾ ਹੈ, ਇਹ ਕਿਸੇ ਕੰਮ ਕਰਦਾ ਨਹੀਂ, ਮੈਂ ਇੰਨਾ ਸਿਆਣਾ, ਮੈਂ ਇੰਨਾ ਇਕੱਠਾ ਕਰ ਲਿਆ। ਅਤੇ ਮਹਾਰਾਜ ਕਹਿੰਦੇ ਬਈ ਤੂੰ ਕਾਹਦਾ ਮਾਣ ਕਰਦਾ, ਕਾਹਦਾ ਹੰਕਾਰ ਕਰਦਾ, ਵੀ ਇਹ ਜਿਹੜਾ ਸਰੀਰ ਹੈ ਇਹਨੂੰ ਤੂੰ ਛੱਡ ਜਾਣਾ, ਇਹ ਤੇਰਾ ਸਰੀਰ ਸਦਾ ਨਹੀਂ ਰਹਿਣਾ। ਜਿਹੜਾ ਤੂੰ ਇਕੱਠਾ ਕਰਨ ਲੱਗਿਆ ਇਹ ਵੀ ਤੇਰਾ ਇੱਥੇ ਹੀ ਰਹਿ ਜਾਣਾ, ਸਰੀਰ ਵੀ ਇੱਥੇ ਰਹਿ ਗਿਆ ਅਤੇ ਇਹ ਵੀ ਤੇਰਾ ਇਕੱਠਾ ਕੀਤਾ ਹੋਇਆ ਇੱਥੇ ਹੀ ਰਹਿ ਗਿਆ। ਫਿਰ ਤੂੰ ਕਾਹਦਾ ਹੰਕਾਰ, ਕਾਹਦਾ ਮਾਣ ਕਰਦਾ ਹੈ, ਵੀ ਤੂੰ ਇਕੱਠਾ ਤਾਂ ਤਾਂ ਕਰ ਜੇ ਤੂੰ ਦੁਬਾਰਾ ਆਉਣਾ ਹੋਵੇ, ਵੀ ਮੈਂ ਇਕੱਠਾ ਕਰ ਰੱਖੀ ਜਾਂਦਾ, ਫਿਰ ਆਉਂ ਦੁਬਾਰਾ ਤੇ ਆ ਕੇ ਇਹਨੂੰ ਵਰਤ ਲੂੰ ਅਤੇ ਦੁਬਾਰਾ ਤੂੰ ਆਉਣਾ ਨਹੀਂ। ਮਹਾਰਾਜ ਕਹਿੰਦੇ ਮੂਰਖ ਮਨ ਕਾਹੇ ਕਰ ਸੇ ਮਾਣਾ, ਉੱਠ ਚੱਲਣਾ ਖਸਮੇ ਭਾਣਾ, ਭਾਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਬਿਨ ਰਹੇ ਨਾ ਕੋਈ। ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬੌਰ ਦੁਨੀਆ ਆਈਏ। ਬਈ ਫੇਰ ਤਾਂ ਇਕੱਠਾ ਕਰ ਰੱਖੀ ਚੱਲੋ, ਵੀ ਫੇਰ ਆਵਾਂਗੇ, ਫੇਰ ਵਰਤ ਲਾਂਗੇ ਅਤੇ ਦੁਬਾਰਾ ਆਉਣਾ ਵੀ ਨਹੀਂ। ਜਦੋਂ ਆਏ ਤਾਂ ਸਾਨੂੰ ਪਿਛੋਕੜ ਭੁਲਾ ਦੇਣੀ। ਜਿਵੇਂ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜਨਮ ਕਿੱਥੇ ਸੀ। ਜਦੋਂ ਮੰਨ ਲਓ ਆਪਾਂ ਮਾਨਸ ਜਾਮੇ 'ਚ ਵੀ ਹੋਵਾਂਗੇ ਉਦੋਂ ਵੀ ਬਥੇਰਾ ਇਕੱਠਾ ਕੀਤਾ ਹੋਣਾ ਸੀ, ਇਕੱਠਾ ਕਰ ਰੱਖੀ ਜਾਮੇ ਹੋਵਾਂਗੇ, ਵੱਡੇ ਵੱਡੇ ਮਹਿਲ ਬਣਾ ਲਏ, ਉਹ ਸਾਰਾ ਕੁਛ ਇੱਥੇ ਹੀ ਧਰ ਕੇ ਗਾਂ ਫਿਰ ਜੂਨਾਂ 'ਚ ਜਾ ਬੈਠੇ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੀ ਕੁ ਵਾਰ ਹੋਇਆ ਸਾਡੇ ਨਾਲ, ਅਸੀਂ ਆਏ ਇੱਥੇ ਜਿਉਂ ਲੱਗੇ ਕਰਮ ਦ੍ਰਿੜ ਕਰਨ, ਸਾਰੀ ਉਮਰ ਕਰੀ ਗਏ ਪਸ਼ੂਆਂ ਵਾਂਗੂ, ਇਕੱਠਾ ਕਰ ਰੱਖੀ ਗਏ ਅਤੇ ਮਹਿਲ ਮਾੜੀਆਂ ਬਣਾ ਕੇ ਅੱਗੇ ਫਿਰ ਜਾਨੂੰ ਸਮਾਂ ਖਤਮ ਹੋ ਜਾਂਦਾ, ਗਾਂ ਫਿਰ ਜੂਨਾਂ 'ਚ ਭੇਜ ਦਿੱਤਾ ਜਾਂਦਾ ਸਜ਼ਾ ਦੇ ਕੇ। ਮਹਾਰਾਜ ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰਿੰਦੇ ਭੀ ਗਏ, ਕੂੜਾ ਸੌਦਾ ਕਰ ਗਏ, ਗੌਰੀ ਆਏ ਪਏ, ਸਾਰਾ ਕੂੜੀ ਇਕੱਠਾ ਕਰਦੇ ਰਹੇ ਸਾਰੀ ਉਮਰ। ਜੋ ਨਾਮ ਧਨ ਇਕੱਠਾ ਕਰਨਾ ਸੀ ਉਹਦਾ ਭੇਦ ਹੀ ਨਾ ਲਿਆ, ਸਾਰੀ ਉਮਰ ਦੌੜ ਧਾਰ ਦੇ ਰਸਤੇ 'ਤੇ ਰਹੀ। ਸਾਡੇ ਆਪਣੇ ਨਾਲ ਪਤਾ ਨਹੀਂ ਕਿੰਨੀ ਕੁ ਵਾਰ ਹੋ ਚੁੱਕਿਆ ਪਹਿਲਾਂ, ਅਤੇ ਹੁਣ ਆਪਾਂ ਨੂੰ ਮਾਨਸ ਜਾਮਾ ਮਿਲਿਆ, ਜੇ ਦੌੜ ਸਾਡੀ ਫੇਰ ਹੀ ਹੋ ਰਹੀ। ਹੁਣ ਵੀ ਅਸੀਂ ਅੰਤਰਮੁਖੀ ਨਾ ਹੋਏ, ਹੁਣ ਵੀ ਅਸੀਂ ਭਾਣੇ ਵਿੱਚ ਨਾ ਆਏ, ਉਹਦੇ ਹੁਕਮ ਨੂੰ ਮਾਲਕ ਦੇ ਨਾਮ ਬੁੱਝੇ ਅਤੇ ਅਸੀਂ ਫਿਰ ਵਾਪਸ ਮੁੜ ਜਾਵਾਂਗੇ, ਧਾਰ ਦਾ ਰਸਤਾ ਅੱਗੇ ਫਿਰ ਸਾਨੂੰ ਜੂਨਾਂ 'ਚ ਲੈ ਜਾਏਗਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਸੰਸਾਰ ਦੇ ਵਿੱਚ ਜਿਹਨੂੰ ਸੰਸਾਰ ਤਰੱਕੀ ਕਹਿੰਦਾ ਹੈ, ਇਹ ਕੋਈ ਤਰੱਕੀ ਨਹੀਂ ਹੈ। ਬਈ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਕਹਿੰਦੇ ਬਈ ਮਾਂ ਪਿਓ ਨੇ ਘੱਟ ਬਣਾਇਆ ਸੀ, ਬੱਚਿਆਂ ਨੇ ਜ਼ਿਆਦਾ ਬਣਾ ਲਿਆ। ਪਹਿਲਾਂ ਬਹੁਤ ਗਰੀਬੀ ਸੀ, ਹੁਣ ਬੱਚੇ ਉਹਨਾਂ ਨੇ ਬਹੁਤ ਕੰਮ ਕੀਤਾ ਅਤੇ ਐਡਾ ਵੱਡਾ ਘਰ ਬਣਾ ਲਿਆ, ਇੰਨਾ ਕਾਰੋਬਾਰ ਬਣਾ ਲਿਆ। ਸੰਸਾਰ ਕਹਿੰਦਾ ਬੜੀ ਤਰੱਕੀ ਕੀਤੀ, ਪਰ ਜੇ ਉਹਨਾਂ ਨੇ ਸਿਮਰਨ ਨਹੀਂ ਕੀਤਾ, ਜੇ ਉਹਨਾਂ ਨੇ ਹੁਕਮ ਨੂੰ ਨਹੀਂ ਬੁੱਝਿਆ ਤਾਂ ਉਹ ਕੋਈ ਤਰੱਕੀ ਨਹੀਂ ਹੈ। ਮਹਾਰਾਜ ਕਹਿੰਦੇ ਬਈ ਮਾਂ ਪਿਓ ਨੇ ਘੱਟ ਮਾਇਆ ਦ੍ਰਿੜ ਕੀਤੀ ਸੀ, ਜਵਾਕਾਂ ਨੇ ਉਦੋਂ ਵੱਧ ਦ੍ਰਿੜ ਕਰ ਲਈ।
ਉਦੋਂ ਵੱਧ ਫਸ ਗਏ, ਹੋਰ ਦਲਦਲ ਦੇ ਵਿੱਚ, ਮਾਇਆ ਦੇ ਵਿੱਚ ਉਹ ਜ਼ਿਆਦਾ ਹੋਰ ਧਸ ਗਈ। ਅਤੇ ਇਸ ਵਾਸਤੇ ਜਦੋਂ ਸੰਸਾਰ 'ਚੋਂ ਕੋਈ ਜੀਵ ਜਾਂਦਾ ਹੈ ਅਤੇ ਉਦੋਂ ਬਾਅਦ 'ਚੋਂ ਜਿਹੜੇ ਫਿਰ ਹੁੰਦੇ ਉਹਨਾਂ ਦੇ ਬੱਚੇ, ਉਹ ਲੱਕ ਬੰਨ੍ਹ ਕੇ ਖੜ੍ਹੇ ਹੋ ਜਾਂਦੇ ਵੀ ਹੁਣ ਅਸੀਂ ਕਾਰੋਬਾਰ ਸਾਂਭਦੇ। ਮਹਾਰਾਜ ਕਹਿੰਦੇ ਅਗਲੇ ਮੂਏ ਸੇ ਪਾਛੇ ਪਰੇ, ਜੋ ਉਭਰੇ ਸੋ ਬੰਦ ਲੱਕ ਖੜੇ, ਜੈ ਧੰਦੇ ਮੈਂ ਹੋਏ ਲਪਟਾਏ, ਉਨ ਦੇ ਦੋਗਣ ਦ੍ਰਿੜੀ ਉਨਮਾਏ। ਬਈ ਜਿਹੜਾ ਧੰਦਾ ਕਰਦੇ ਹੋਏ ਅੱਗੇ ਸਾਡੇ ਦਾਦੇ ਪੜਦਾਦੇ ਲਕੜਦਾਦੇ ਚਲੇ ਗਏ, ਅਸੀਂ ਉਦੋਂ ਦੁੱਗਣਾ ਹੋਰ ਮਾਇਆ ਨੂੰ ਦ੍ਰਿੜ ਕਰ ਲਿਆ ਗਾ। ਬਈ ਉਹਨਾਂ ਨੇ ਘੱਟ ਜੋੜੇ, ਅਸੀਂ ਉਦੋਂ ਵੱਧ ਜੋੜ ਲਿਆ ਹੋਰ। ਜੇ ਤੁਸੀਂ ਸਤ ਸੰਗਤ ਕਰਦੇ, ਸਾਧੂ ਜਨਾਂ ਦਾ ਸੰਗ ਕਰਦੇ, ਤੁਸੀਂ ਅੰਤਰਮੁਖੀ ਹੁੰਦੇ, ਨਾਮ ਦੇ ਨਾਲ ਜੁੜਦੇ, ਫਿਰ ਤਾਂ ਇਹ ਸਾਡਾ ਸਾਰਾ ਕੁਛ ਕੀਤਾ ਹੋਈ ਸਾਨੂੰ ਮੁਬਾਰਕ। ਜੇ ਅਸੀਂ ਅੰਤਰਮੁਖੀ ਹੋਏ ਨਹੀਂ, ਮਾਲਕ ਨਾਲ ਜੁੜੇ ਨਹੀਂ, ਫਿਰ ਸਾਰਾ ਹੀ ਕੂੜ ਹੈ। ਕਿਉਂਕਿ ਗੁਰਮੁਖਾਂ ਦਾ ਸਾਰਾ ਕੁਛ ਹੀ ਪ੍ਰਵਾਨ ਹੈ ਅਤੇ ਮਨਮੁਖ ਦਾ ਉਹਦਾ ਸਾਰਾ ਕੁਛ ਹੀ ਕੂੜ ਹੈ। ਜੇ ਉਹ ਸਿਮਰਨ ਨਹੀਂ ਕਰਦਾ, ਜੇ ਉਹ ਮਾਲਕ ਦੇ ਨਾਲ ਨਹੀਂ ਜੁੜਿਆ, ਨਾਮ ਦੇ ਨਾਲ ਨਹੀਂ ਜੁੜਿਆ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਤੁਸੀਂ ਇਹਨਾਂ ਦੋਵਾਂ ਨੂੰ ਪੈਰਲਲ ਰੱਖ ਕੇ ਚੱਲੋ। ਕਰਮ ਧਰਮ ਦੋਏ ਕਾਰ ਚਲਾਵੇ। ਬਈ ਕਰਮ ਸੰਸਾਰ ਦਾ ਅਸੀਂ ਕਰਦੇ ਹਾਂ ਅਤੇ ਨਾਲ ਨਾਲ ਧਰਮ ਨੂੰ ਵੀ ਦ੍ਰਿੜ ਕਰੋ, ਧਰਮੀ ਬਣੋ, ਧਰਮ ਦੇ ਵਿੱਚ ਪੱਕੇ ਹੋ। ਧਰਮ ਕੀ ਹੈ? ਸੰਸਾਰ 'ਚ ਤਾਂ ਧਰਮ ਹੀ ਬਹੁਤ ਨੇ। ਜਿਵੇਂ ਕਈ ਜੀਵ ਅਗਿਆਨਤਾ 'ਚ ਕਹਿ ਦਿੰਦੇ ਅਸੀਂ ਆਪਦਾ ਧਰਮ ਬਦਲ ਲਿਆ ਜੀ, ਪਹਿਲਾਂ ਸਾਡਾ ਧਰਮ ਹੋਰ ਸੀ, ਹੁਣ ਅਸੀਂ ਹੋਰ ਧਰਮ ਬਦਲ ਲਏ। ਇਹ ਜਦੋਂ ਅਸੀਂ ਅਗਿਆਨਤਾ ਬਸ ਹੁੰਦੇ ਉਦੋਂ ਕਹਿੰਦੇ ਹਾਂ ਵੀ ਅਸੀਂ ਧਰਮ ਬਦਲ ਲਏ। ਧਰਮ ਹੈ ਜਿਹੜਾ ਉਹ ਸਾਡਾ ਸਭ ਦਾ ਇੱਕ ਹੀ ਹੈ। ਪਰਮਾਤਮਾ ਵਾਹਿਗੁਰੂ ਨੂੰ ਧਰਮ ਆਖੀ। ਅਸੀਂ ਜੇ ਤਾਂ ਪਰਮਾਤਮਾ ਦੇ ਨਾਲ ਜੁੜੇ ਹਾਂ, ਜੇ ਤਾਂ ਅਸੀਂ ਉਹਦੇ ਹੁਕਮ ਦੇ ਵਿੱਚ ਹਾਂ, ਉਹਦੇ ਭਾਣੇ 'ਚ ਆ ਗਏ, ਫਿਰ ਤਾਂ ਅਸੀਂ ਧਰਮੀ ਹੋ ਗਏ। ਜੇ ਅਸੀਂ ਪਰਮਾਤਮਾ ਨਾਲ ਜੁੜੇ ਹੀ ਨਹੀਂ, ਫਿਰ ਅਸੀਂ ਧਰਮੀ ਹੈ ਹੀ ਨਹੀਂ। ਫਿਰ ਅਸੀਂ ਧਰਮ ਦੇ ਨਾਂ 'ਤੇ ਵੰਡੀਆਂ ਪਾ ਲਾਂਗੇ, ਫਿਰ ਅਸੀਂ ਧਰਮ ਦੇ ਨਾਂ 'ਤੇ ਵੀ ਲੜਾਂਗੇ। ਬਈ ਸਾਡਾ ਧਰਮ ਵੱਖਰਾ, ਦੂਜਾ ਕਹੇਗਾ ਸਾਡਾ ਵੱਖਰਾ, ਤੀਜਾ ਕਹੇਗਾ ਸਾਡਾ ਵੱਖਰਾ, ਫਿਰ ਉੱਤੇ ਲੜਾਈਆਂ। ਸਾਡਾ ਧਰਮ ਉੱਚਾ, ਦੂਜਾ ਧਰਮ ਨੀਵਾਂ। ਉਹ ਦੂਜਾ ਕਹੇਗਾ ਸਾਡਾ ਧਰਮ ਉੱਚਾ, ਤੁਹਾਡਾ ਨੀਵਾਂ। ਇਸ ਤਰ੍ਹਾਂ ਫਿਰ ਇਹ ਅਗਿਆਨਤਾ ਦੇ ਵਿੱਚ ਧਰਮਾਂ ਦੇ ਨਾਂ 'ਤੇ ਲੜਦੇ ਜੀਵ, ਫਿਰ ਜਾਤਾਂ ਪਾਤਾਂ ਦੇ ਨਾਂ 'ਤੇ ਲੜਦੇ, ਫਿਰ ਕੰਮਾਂ ਕਾਰਾਂ 'ਤੇ ਲੜਦੇ ਵੀ ਆਹ ਕਰਮ ਚੰਗਾ ਮਾੜਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਧਰਮ ਸਾਡਾ ਸਭ ਦਾ ਇੱਕੋ ਹੀ ਹੈ, ਤੁਸੀਂ ਧਰਮੀ ਬਣੋ। ਧਰਮ ਕੀ ਹੈ? ਸਭ ਤੋਂ ਉੱਤਮ ਧਰਮ ਹੈ ਪਰਮਾਤਮਾ ਦਾ ਸਿਮਰਨ ਕਰਨਾ। ਜੇ ਅਸੀਂ ਉਹਦਾ ਸਿਮਰਨ ਕਰਾਂਗੇ, ਨਾਮ ਦੇ ਨਾਲ ਜੁੜ ਜਾਵਾਂਗੇ, ਅਤੇ ਸਾਡੀ ਕਰਨੀ ਨਿਰਮਲ ਹੋ ਜਾਏਗੀ, ਸਾਡਾ ਮਨ ਨਿਰਮਲ ਹੋ ਜਾਏਗਾ ਅਤੇ ਅਸੀਂ ਧਰਮੀ ਬਣ ਜਾਵਾਂਗੇ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਅਤੇ ਸਾਡੀ ਕਰਨੀ ਨਿਰਮਲ ਹੋ ਜਾਏਗੀ, ਸਾਡਾ ਮਨ ਨਿਰਮਲ ਹੋ ਜਾਏਗਾ। ਅਤੇ ਜਿਹੜਾ ਮਨ ਨਿਰਮਲ ਹੋ ਗਿਆ, ਉਹਦੇ ਵਿੱਚ ਪਰਮਾਤਮਾ ਵਾਲੇ ਗੁਣ ਆ ਜਾਂਦੇ। ਅਤੇ ਜਦੋਂ ਸਾਡੇ 'ਚ ਪਰਮਾਤਮਾ ਵਾਲੇ ਗੁਣ ਆ ਗਏ, ਅਸੀਂ ਧਰਮੀ ਹੋ ਗਏ। ਧਰਮ ਕਹਿੰਦੇ ਪਰਮਾਤਮਾ ਨੂੰ, ਅਤੇ ਪਰਮਾਤਮਾ ਦੇ ਗੁਣ ਨੇ। ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਮਿੱਠ ਬੋਲੜਾ ਹੈ, ਉਹ ਐਡਾ ਵੱਡਾ, ਉਹਦੇ ਵਿੱਚ ਹਉਮੈ ਨਹੀਂ, ਉਹ ਕਿਸੇ ਦੇ ਔਗਣ ਨਹੀਂ ਦੇਖਦਾ, ਤੱਕਦਾ ਨਹੀਂ, ਕਿਸੇ ਦੇ ਔਗਣ 'ਚ ਤਾਰਦਾ ਨਹੀਂ। ਇਹ ਸਾਡੇ ਧਰਮ ਦੇ ਮਾਲਕ ਦੇ ਗੁਣ ਨੇ। ਜੇ ਅਸੀਂ ਉਹਦਾ ਸਿਮਰਨ ਕਰਾਂਗੇ, ਉਹਦੇ ਨਾਮ ਨਾਲ ਜੁੜ ਜਾਵਾਂਗੇ, ਸਾਡੇ ਵਿੱਚ ਉਹ ਸਾਡੇ ਧਰਮ ਵਾਲੇ ਗੁਣ ਆ ਜਾਣਗੇ, ਅਸੀਂ ਧਰਮੀ ਹੋ ਜਾਵਾਂਗੇ, ਆਵਾਂ ਨਿਰਵੈਰ ਹੋ ਜਾਵਾਂਗੇ, ਕਿਸੇ ਨਾਲ ਵੀ ਆਪਣਾ ਕੋਈ ਵੈਰ ਨਹੀਂ ਰਹੇਗਾ।
ਇਹ ਗੁਣ ਹੈ ਸਾਡੇ ਮਾਤਾ ਪਿਤਾ ਦਾ, ਧਰਮ ਦਾ। ਅਤੇ ਇਸ ਕਰਕੇ ਗੁਰਮੁਖ ਨੇ ਜਿਹੜੇ ਉਹਨਾਂ ਦੇ ਵਿੱਚ ਉਹ ਮਾਲਕ ਦਾ ਗੁਣ ਆ ਜਾਂਦਾ ਸੀ। ਅਤੇ ਇਸ ਕਰਕੇ ਉਹਨਾਂ ਨੂੰ ਕਹਿੰਦੇ ਵੀ ਇਹ ਧਰਮੀ ਨੇ। ਅਤੇ ਉਹੀਓ ਆਪਾਂ ਨੂੰ ਸਮਝਾਉਂਦੇ, ਧਰਮ ਦਿਰੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦਿਰੜਾਇਆ, ਸਤਿਗੁਰ ਗੁਰਪੂਰਾ ਰਾਧੋ, ਸਭ ਕਿਲ ਵਿਕ ਪਾਪ ਗਵਾਏ। ਬਈ ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ, ਪਰਮਾਤਮਾ ਦਾ ਸਿਮਰਨ ਕਰਾਂਗੇ, ਜਿਹੜੀ ਸਾਡੇ ਮਨ 'ਤੇ ਮੈਲ ਲੱਗੀ ਹੈ ਪਾਪਾਂ ਦੀ, ਉਹ ਸਾਡੇ ਮਨ ਤੋਂ ਮੈਲ ਉਤਰ ਜੀ। ਜਿਹੜੀ ਸਾਡੇ ਮਨ 'ਤੇ ਦੁਬਦਾ ਦੀ ਮੈਲ ਲੱਗੀ, ਵੈਰ ਵਿਰੋਧ ਦੀ ਮੈਲ ਲੱਗੀ, ਇਹ ਸਾਡੇ ਮਨ ਤੋਂ ਮੈਲ ਉਤਰ ਜੀ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਜਦੋਂ ਅਸੀਂ ਸਤਸੰਗਤ ਕਰਦੇ ਹਾਂ, ਪਾਪਾਂ ਦੀ ਮੈਲ ਕੀ ਹੈ, ਇਹ ਸਾਡੇ ਮਨ ਦੇ ਉੱਤੇ ਲੱਗਦੀ, ਵਿਚਾਰਾਂ ਦੀ, ਦੁਬਦਾ ਦੀ, ਨਿੰਦਿਆ ਚੁਗਲੀ ਦੀ, ਹਉਮੈ ਹੰਕਾਰ ਦੀ, ਇਹ ਸਭ ਸਾਡੇ ਮਨ 'ਤੇ ਮੈਲ ਲੱਗਦੀ, ਪਾਪਾਂ ਦੀ ਮੈਲ ਕਹਿੰਦੇ ਆ। ਹੁਣ ਜੀਵ ਕੀ ਕਰਦੇ, ਉਹ ਬਾਹਰੀ ਜਾਂਦੇ ਤੀਰਥਾਂ 'ਤੇ, ਤੀਰਥਾਂ 'ਤੇ ਜਾਂਦੇ ਅਤੇ ਤੀਰਥ ਇਹ ਤਨ ਨੂੰ ਨਮਾਉਂਦੇ, ਤਨ ਦੀ ਮੈਲ ਲਾ ਦਿੰਦੇ। ਹੁਣ ਜਿਹੜੇ ਪਾਪ ਕੀਤੇ ਉਹ ਮਨ ਨੇ ਕੀਤੇ, ਅਤੇ ਮਨ ਦੀ ਮੈਲ ਲੈਂਦੀ ਨਹੀਂ ਤੀਰਥ 'ਤੇ ਨਹਾਤੇ। ਔਰ ਜਦੋਂ ਜੀਵ ਤੀਰਥ 'ਤੇ ਜਾਂਦਾ ਹੈ, ਉਹ ਤਨ ਦਾ ਇਸ਼ਨਾਨ ਕਰ ਲੈਂਦਾ, ਉਹਦੇ ਨਾਲ ਮਨ ਦੀ ਤਾਂ ਮੈਲ ਉਤਰਦੀ ਨਹੀਂ। ਆਈਆਂ ਭਗਤਾਂ ਨੇ ਆਖਿਆ ਵੀ ਜੀਵ ਜਿਵੇਂ ਗੰਗਾ 'ਤੇ ਜਾਂਦੇ, ਗੰਗਾ ਦਾ ਨਿਰਮਲ ਨੀਰ ਸਮਝਦੇ ਵੀ ਪਾਣੀ ਨਿਰਮਲ ਹੈ, ਪਵਿੱਤਰ ਹੈ ਜੀ। ਬਾਬਾ ਜੀ ਕਹਿੰਦੇ ਵੀ ਚਾਹੇ ਕੋਈ ਗੰਗਾ ਦੇ ਕਿਨਾਰੇ ਜਾ ਕੇ ਉੱਥੇ ਘਰ ਪਾ ਲਵੇ ਅਤੇ ਰੋਜ਼ ਉਹ ਪਾਣੀ ਪੀਵੇ ਨਿਰਮਲ ਸਮਝ ਕੇ, ਪਰ ਉਹ ਮੁਕਤ ਨਹੀਂ ਹੋ ਸਕਦਾ, ਉਹਦੇ ਮਨ ਦੀ ਮੈਲ ਨਹੀਂ ਉਤਰਦੀ ਜਦ ਤੱਕ ਉਹ ਪਰਮਾਤਮਾ ਦੀ ਭਗਤੀ ਨਹੀਂ ਕਰੇਗਾ, ਜਦ ਤੱਕ ਉਹ ਨਾਮ ਦੇ ਨਾਲ ਨਹੀਂ ਜੁੜੇ। ਮਹਾਰਾਜ ਕਹਿੰਦੇ ਕਬੀਰ ਗੰਗਾ ਤੀਰ ਜੇ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਵੀ ਹਰੀ ਦੀ ਭਗਤੀ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾਂਦਾ, ਮਨ ਤੋਂ ਮੈਲ ਲੈਂਦੀ ਨਹੀਂ। ਹੁਣ ਜਦੋਂ ਆਪਾਂ ਫਿਰ ਇਹ ਸਤਸੰਗ 'ਚ ਆਉਂਦੇ ਹਾਂ, ਇਹ ਸਤ ਸੰਗਤ ਨੂੰ ਸਤਿਸਰ ਕਹਿੰਦੇ, ਸਰੋਵਰ, ਜਿੱਥੇ ਸੱਚ ਅਤੇ ਨਾਮ ਦੀ ਮਹਿਮਾ ਹੁੰਦੀ, ਉਹਨੂੰ ਸਤਿਸਰ ਆਖੀ। ਗੁਰਬਾਣੀ ਗੁਰੂ ਨੂੰ ਅੰਮ੍ਰਿਤ ਸਰ ਦਾ ਨਾਮ ਦਿੱਤਾ, ਸਾਰੀ ਗੁਰਬਾਣੀ 'ਚ ਅੰਮ੍ਰਿਤ, ਸਤ ਸੰਗਤ ਨੂੰ ਸਤਿਸਰ ਕਹਿੰਦੇ, ਸਰੋਵਰ। ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਉਤਰਦੀ, ਉਹ ਵੀ ਉਦੋਂ ਉਤਰਦੀ ਜਦੋਂ ਅਸੀਂ ਨਿਰੋਲ ਗੁਰਬਾਣੀ ਦੀ ਵਿਚਾਰ ਕਰਦੇ, ਜਦੋਂ ਇਹ ਅਗਾਥ ਕਹਾਣੀ ਹੁੰਦੀ, ਜਦੋਂ ਕੋਈ ਸੰਸਾਰ ਦੀ ਗੱਲ ਨਹੀਂ, ਕਿਸੇ ਨਾਲ ਕੋਈ ਦੁਬਦਾ ਦੀ, ਕੋਈ ਵੈਰ ਵਿਰੋਧ ਦੀ ਗੱਲ ਨਹੀਂ ਹੈ, ਉਦੋਂ ਤੀਰਥ ਕਹਿੰਦੇ। ਨਹੀਂ ਜੇ ਅਸੀਂ ਸੰਸਾਰ ਦੀਆਂ ਗੱਲਾਂ ਕਰਨ ਲੱਗ ਜੀ, ਇਹਨੂੰ ਛੱਪੜ ਕਹਿੰਦੇ। ਜਿਵੇਂ ਹੁਣ ਆਪਾਂ ਇੱਥੇ ਵਿਚਾਰ ਕਰਦੇ, ਆਪਾਂ ਗੁਰਬਾਣੀ ਗੁਰੂ ਦੀ ਨਾਮ ਦੀ ਵਿਚਾਰ ਛੱਡ ਕੇ ਮੈਂ ਤੁਹਾਨੂੰ ਸੰਸਾਰ ਦੀਆਂ ਗੱਲਾਂ ਸੁਣਾਉਣ ਲੱਗ ਜਾ, ਕੋਈ ਅਖਬਾਰ ਦੀਆਂ ਖਬਰਾਂ ਸੁਣਾਉਣ ਲੱਗ ਜਾ, ਕੋਈ ਹੋਰ TV ਦੀਆਂ ਗੱਲਾਂ ਸੁਣਾਉਣ ਲੱਗ ਜਾ, ਉਹ ਕੀ ਹੈ, ਇਹਨੇ ਛੱਪੜ ਬਣ ਜਾਣਾ, ਇੱਥੇ ਹੀ ਛੱਪੜ ਬਣ ਗਿਆ। ਅਤੇ ਜਦੋਂ ਛੱਪੜ ਬਣ ਗਿਆ ਅਤੇ ਤੁਸੀਂ ਇੱਥੋਂ ਮੈਲ ਲਾ ਕੇ ਨਹੀਂ ਜਾਣਾ, ਤੁਹਾਡੇ 'ਤੇ ਹੋਰ ਗੰਦਗੀ ਪੈ ਜਾਣੀ। ਉਹ ਕੀ ਕੀਤਾ, ਮੈਂ ਤੁਹਾਡੇ 'ਤੇ ਹੋਰ ਗੰਦਗੀ ਪਾਤੀ, ਉੱਤੇ ਗੰਦਗੀ ਖਿਲਾਰ ਦਿੱਤੀ, ਅਤੇ ਉਹ ਮਨ ਹੋਰ ਅਸ਼ਾਂਤ ਹੋ ਜਾਣਾ, ਹੋਰ ਦੁਖੀ ਹੋ ਜਾਣਾ ਮਨ। ਜੇ ਹੁਣ ਆਪਾਂ ਇੱਥੇ ਨਾਮ ਦੀ ਵਿਚਾਰ ਕਰਦੇ ਹਾਂ, ਸੱਚ ਦੀ ਵਿਚਾਰ ਕਰਦੇ ਹਾਂ, ਫਿਰ ਇਹਨੂੰ ਸਤਿਸਰ ਕਹਿੰਦੇ, ਸਰੋਵਰ। ਫਿਰ ਸਾਡੇ ਮਨ ਦੀ ਮੈਲ ਲੈਂਦੀ, ਸਾਡੇ ਮਨ ਦੇ ਚਿਰਾਂ ਦੇ ਕੀਤੇ ਹੋਏ ਪਾਪ, ਇਸ ਜਨਮ ਦੇ ਨਹੀਂ ਪਿਛਲੇ ਜਨਮਾਂ ਦੇ, ਫਿਰ ਸਾਡੇ ਖੰਡਨ ਹੋ ਜਾਂਦੇ। ਇਹ ਸਾਧ ਸੰਗਤ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਹਾਲਤ ਸੁਖ ਪਲਤ ਸੁਖ ਸਰਬ ਸੁਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੇ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਗਾ ਜੀਜੇ। ਬਈ ਸਾਧ ਸੰਗਤ ਦੇ ਵਿੱਚ ਆ ਕੇ ਸਾਡੇ ਜਿਹੜੇ ਕੀਤੇ ਹੋਏ ਪੁਰਾਣੇ ਪਾਪ, ਚਿਰਾਂ ਦੇ, ਜਨਮਾਂ ਜਮਾਂਤਰਾਂ ਦੇ, ਉਹ ਸਾਰੀ ਮੈਲ ਲੈ ਜਾਂਦੀ।
ਸਾਡਾ ਮਨ ਜਿਹੜਾ ਮਰਿਆ ਹੁੰਦਾ ਉਹ ਜਿਉਂਦਾ ਹੋ ਜਾਂਦਾ। ਕੀ ਹੋ ਗਏ ਜਿਹੜੇ ਮਨਮੁਖ ਨੇ, ਜਿਹੜੇ ਸਤ ਸੰਗਤ ਨਹੀਂ ਕਰਦੇ, ਉਹਨਾਂ ਨੂੰ ਗੁਰਬਾਣੀ ਗੁਰੂ ਜਿਉਂਦੇ ਨਹੀਂ ਕਹਿੰਦੇ, ਕਹਿੰਦੇ ਮਰੇ ਹੋਏ। ਜਿਹੜੇ ਪਰਮਾਤਮਾ ਨੂੰ ਭੁੱਲੇ ਬੈਠੇ ਨੇ, ਜਿਹੜੇ ਸਿਮਰਨ ਭੁੱਲੇ ਬੈਠੇ, ਜਿਹੜੇ ਸਤ ਸੰਗਤ ਭੁੱਲੇ ਬੈਠੇ ਨੇ, ਉਹਨਾਂ ਨੂੰ ਗੁਰਬਾਣੀ ਗੁਰੂ ਕਹਿੰਦੇ ਵੀ ਇਹ ਜਿਉਂਦੇ ਨਹੀਂ, ਇਹ ਮੋਏ ਨੇ, ਮਰੇ ਹੋਏ। ਅਤੇ ਉਹਨਾਂ ਮਰਿਆਂ ਹੋਇਆਂ ਨੂੰ ਹੋਰ ਕੀ ਮਾਰਨਾ ਹੋਇਆ, ਕਿਉਂਕਿ ਉਹ ਤਾਂ ਪਰਮਾਤਮਾ ਨੇ ਪਹਿਲਾਂ ਹੀ ਮਾਰੇ ਹੋਏ ਨੇ ਉਹ ਕਿਸਮ ਦੇ। ਇਸ ਲਈ ਮਹਾਰਾਜ ਕਹਿੰਦੇ ਨਾਨਕ ਮੋਇਆਂ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਬਿੰਦ। ਵੀ ਉਹਨਾਂ ਮਰਿਆਂ ਹੋਇਆਂ ਨੂੰ ਹੋਰ ਕੀ ਮਾਰਨਾ ਹੋਇਆ। ਤਾਈਓ ਤਾਂ ਗੁਰਮੁਖ ਉਹਨਾਂ ਨੂੰ ਕੁਛ ਕਹਿੰਦੇ ਨਹੀਂ, ਵੀ ਉਹਨਾਂ ਨੂੰ ਕੁਛ ਮਾੜਾ ਨਹੀਂ ਕਹਿੰਦੇ, ਉਹਨਾਂ ਦੀ ਨਿੰਦਾ ਨਹੀਂ ਕਰਦੇ, ਉਹਨਾਂ ਨੂੰ ਕੋਈ ਐਸਾ ਵਚਨ ਨਹੀਂ ਬੋਲਦੇ। ਉਹਨਾਂ ਨੂੰ ਪਤਾ ਮਾਰਿਆਂ ਨੂੰ ਹੋਰ ਕੀ ਮਾਰਨਾ, ਤਾਂ ਪਹਿਲਾਂ ਹੀ ਮਰੇ ਹੋਏ ਨੇ। ਇਸ ਵਾਸਤੇ ਜਿਵੇਂ ਆਪਾਂ ਸੰਸਾਰ 'ਚ ਕਹਿੰਦੇ ਨੇ ਨਾ, ਆਮ ਜੀਵ ਕਈ ਵੀ ਇਹਨੂੰ ਕੀ ਮਾਰਨਾ, ਤਾਂ ਪਹਿਲਾਂ ਹੀ ਮਰਿਆ ਹੋਇਆ, ਉਹਨੂੰ ਛੱਡੋ ਮਾਰਨਾ, ਇਹ ਤਾਂ ਪਹਿਲਾਂ ਹੀ ਮਾਰਿਆ ਹੋਇਆ। ਇਸੇ ਤਰ੍ਹਾਂ ਹੀ ਜਿਹੜੇ ਮਨਮੁਖ ਮਰੇ ਹੋਏ, ਅਤੇ ਸਾਡਾ ਮਨ ਵੀ ਪਹਿਲਾਂ ਮਰਿਆ ਹੁੰਦਾ ਜਦੋਂ ਅਸੀਂ ਮਨਮੁਖ ਹੁੰਦੇ। ਅਤੇ ਜਦੋਂ ਆਪਾਂ ਵੈ ਸਤ ਸੰਗਤ ਕਰਦੇ ਹਾਂ, ਫਿਰ ਇਹ ਮਰਿਆ ਹੋਇਆ ਜਿਉਂਦਾ ਹੋ ਜਾਂਦਾ। ਮਹਾਰਾਜ ਕਹਿੰਦੇ ਸਾਧ ਸੰਗਤ ਮਿਲ ਮੂਆ ਜੀਜੇ, ਵੀ ਜਿਹੜਾ ਮਰਿਆ ਹੋਇਆ ਸੀ ਉਹ ਜਿਉਂਦਾ ਹੋ ਗਿਆ। ਅਤੇ ਜਦੋਂ ਜਿਉਂਦਾ ਹੁੰਦਾ ਅਤੇ ਫਿਰ ਇਹਨੂੰ ਸੋਝੀ ਆਉਂਦੀ, ਫਿਰ ਇਹਨੂੰ ਸਮਝਾਇਆ ਜਾਂਦਾ, ਫਿਰ ਇਹਨੂੰ ਗਿਆਨ ਦਿੱਤਾ ਜਾਂਦਾ ਬਈ ਹੁਣ ਤੂੰ ਆਪਦੇ ਜੀਵਨ ਦਾ ਅਸਲ ਮਕਸਦ ਸਮਝ। ਹੁਣ ਤੂੰ ਜਿਸ ਮਕਸਦ ਵਾਸਤੇ ਆਇਆ ਹੈ, ਤੂੰ ਉਹ ਮਕਸਦ ਨੂੰ ਪੂਰਾ ਕਰ ਲੈ। ਤੇਰੇ ਕੋਲ ਜਿਹੜਾ ਸਮਾਂ ਹੈ ਉਹ ਸੀਮਤ, ਰੋਜ਼ ਦੀ ਰੋਜ਼ ਸਮਾਂ ਸਾਡਾ ਘਟਦਾ ਜਾ ਰਿਹਾ, ਬੀਤਦਾ ਜਾ ਰਿਹਾ, ਦਿਨ ਪੈਰ ਘੜੀਆਂ, ਸਮਾਂ ਲੰਘਦਾ ਜਾ ਰਿਹਾ ਸਾਡਾ। ਅਤੇ ਉੱਧਰੋਂ ਮੌਤ ਸਾਡੇ ਨੇੜੇ ਆ ਰਹੀ ਹੈ। ਸਮਾਂ ਕਿਉਂਕਿ ਵਧਣਾ ਨਹੀਂ, ਹੋਰ ਘਟੀ ਜਾਂਦਾ ਹੈ, ਅਤੇ ਇੱਕ ਦਿਨ ਖਤਮ ਹੋ ਜਾਣਾ। ਇਸ ਲਈ ਸਾਨੂੰ ਕਹਿੰਦੇ ਵੀ ਹੁਣ ਛੇਤੀ ਤੋਂ ਛੇਤੀ ਆਪਦਾ ਜਿਹੜਾ ਸ਼ੀਘਰ ਉਹ ਕਾਰਜ ਸਵਾਰ, ਸ਼ੀਘਰ ਕਾਰਜ ਲਿਹੋ ਸਵਾਰ, ਵੀ ਛੇਤੀ ਇਹਦੇ ਵਿੱਚ ਢਿੱਲ ਨਾ ਕਰ। ਵੀ ਸਮਾਂ ਤਾਂ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ, ਔਧ ਘਟੇ ਦਿਨ ਸਰੇ ਨਾਰੀ, ਮਨ ਗੁਰ ਮਿਲ ਕਾਜ ਸਵਾਰੀ। ਦੇਖੋ ਦਿਨ ਚੜ੍ਹਦਾ ਬੀਤ ਗਿਆ, ਰਾਤ ਅਸੀਂ ਸੌਂ ਕੇ ਨਗਰ, ਸਮਾਂ ਲੰਘ ਗਿਆ। ਦਿਨ ਅਸੀਂ ਫਿਰ ਇੱਧਰ ਸੰਸਾਰ ਦੇ ਵਿੱਚ ਜੀ ਮਾਇਆ ਦੇ ਵਿੱਚ ਹੀ ਸੈਂਸੇ ਫਿਕਰਾਂ 'ਚ, ਚਿੰਤਾਵਾਂ ਦੇ ਵਿੱਚ, ਲੜਾਈਆਂ ਝਗੜਿਆਂ ਦੇ ਵਿੱਚ ਲੰਘਾ ਲਿਆ। ਫਿਰ ਅਸੀਂ ਕਦੋਂ ਆਪਦੇ ਜੀਵਨ ਦਾ ਲਾਹਾ ਖੱਟਾਂ। ਤਾਂ ਫਿਰ ਮਨ ਨੂੰ ਕਹਿੰਦੇ ਬਈ ਤੂੰ ਸੁੱਤਾ ਨਾ ਰਹੇ, ਭਰਮ ਦੇ ਵਿੱਚ ਨਾ ਰਹੇ, ਤੂੰ ਆਪਦੇ ਜੀਵਨ ਦੇ ਮਕਸਦ ਨੂੰ ਸਮਝ ਲੈ। ਇਹ ਸਮਾਂ ਤੈਨੂੰ ਵਾਰ-ਵਾਰ ਨਹੀਂ ਮਿਲਣਾ, ਸਾਨੂੰ ਇਹ ਕਿਸੇ ਨੇ ਹੋਰ ਸਮਝਾਉਣਾ ਨਹੀਂ। ਇਹ ਤਾਂ ਆਪਾਂ ਨੂੰ ਗੁਰਬਾਣੀ ਗੁਰੂ ਹੀ ਨੇ ਜਿਹੜੇ ਵਾਰ-ਵਾਰ ਸਾਨੂੰ ਸਮਝਾਉਂਦੇ। ਸੰਸਾਰ 'ਚ ਸਾਨੂੰ ਹੋਰ ਕਿਸੇ ਨੇ ਨਹੀਂ ਸਮਝਾਉਣਾ। ਵਾਈਆਂ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਵੀ ਅਸਲ ਦੇ ਵਿੱਚ ਸਾਡੇ ਵੀਰ, ਸਾਡੇ ਭਰਾ ਉਹ ਨੇ ਜਿਹੜੇ ਸਾਨੂੰ ਇਹ ਮੱਤ ਦਿੰਦੇ, ਜਿਹੜੇ ਸਾਨੂੰ ਸਾਡੇ ਜੀਵਨ ਦਾ ਅਸਲ ਮਕਸਦ ਸਮਝਾਉਂਦੇ। ਮਹਾਰਾਜ ਕਹਿੰਦੇ ਜੋ ਮੇਰੇ ਹਰ ਪ੍ਰਭ ਕੀ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਵੀ ਮੇਰਾ ਅਸਲ ਵੀਰ, ਮੇਰਾ ਅਸਲ ਭਾਈ ਉਹ ਹੈ ਜਿਹੜਾ ਮੈਨੂੰ ਮਾਲਕ ਦੀ ਗੱਲ ਸੁਣਾਉਂਦਾ, ਜਿਹੜਾ ਮੈਨੂੰ ਇਸ ਮਾਰਗ 'ਤੇ ਤੋਰਦਾ ਹੈ, ਜਿਹੜਾ ਮੈਨੂੰ ਸਿਮਰਨ ਕਰਾਉਂਦਾ ਹੈ। ਉਹ ਸਾਡਾ ਭਾਈ ਤੇ ਉਹ ਸਾਡਾ ਵੀਰ ਹੈ। ਅਤੇ ਉਹ ਵਿਰਲੇ ਨੇ, ਐਸੇ ਵੀਰ ਐਸੇ ਭਾਈ ਉਹ ਵਿਰਲੇ ਨੇ। ਜ਼ਿਆਦਾ ਉਹ ਨੇ ਸੰਸਾਰ 'ਚ ਜਿਹੜੇ ਸਾਨੂੰ ਭੁਲਾਉਣ ਵਾਲੇ ਨੇ, ਜਿਨ੍ਹਾਂ ਨੇ ਸਾਨੂੰ ਇਹ ਨਹੀਂ ਕਹਿਣਾ ਵੀ ਤੁਸੀਂ ਸਿਮਰਨ ਕਰੋ। ਉਹਨਾਂ ਨੇ ਸਾਨੂੰ ਮਾਇਆ ਦੇ ਨਾਲ ਹੀ ਜੋੜਨਾ। ਇਸ ਕਰਕੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਾਡੀ ਸੱਚੀ ਜਿਹੜੀ ਬੈਠਕ, ਸੱਚੀ ਸੰਗਤ ਉਹਨਾਂ ਦੇ ਨਾਲ ਹੀ ਹੈ
ਬਈ ਜਿਨ੍ਹਾਂ ਦੇ ਨਾਲ ਅਸੀਂ ਸਿਮਰਨ ਕਰਦੇ ਹਾਂ, ਮਾਲਕ ਦੀ ਵਿਚਾਰ ਕਰਦੇ ਹਾਂ। ਮਹਾਰਾਜ ਕਹਿੰਦੇ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਏ ਨਾਉ, ਨਾਨਕ ਤਿੰਨ ਕਾ ਸੰਗ ਨ ਕੀਜੇ ਜਿਨ੍ਹਾਂ ਆਪਣਾ ਸੁਭਾਉ। ਮਨਮੁਖ ਦਾ ਸਵਾਰਥ ਕਰਕੇ ਬਹਿੰਦੇ ਇੱਕ ਦੂਸਰੇ ਕੋਲ, ਉੱਦਾਂ ਤਾਂ ਬਹਿੰਦੇ ਹੀ ਨਹੀਂ। ਜਦੋਂ ਸਵਾਰਥ ਹੁੰਦਾ ਉਦੋਂ ਬਹਿ ਜਾਂਦੇ, ਜਦੋਂ ਦੇਖੇ ਸਵਾਰਥ ਨਹੀਂ ਉਦੋਂ ਸਵਾਰਥ ਤੋਂ ਬਿਨਾਂ ਕੋਈ ਬਹਿੰਦਾ ਹੀ ਨਹੀਂ। ਅਤੇ ਸਤ ਸੰਗਤ ਦੇ ਵਿੱਚ ਆਪਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ। ਜਿਵੇਂ ਹੁਣ ਆਪਾਂ ਸੰਗਤ 'ਚ ਰੋਜ਼ ਆਉਂਦੇ, ਇਹਦੇ ਵਿੱਚ ਆਪਾਂ ਨੂੰ ਕੋਈ ਸੰਸਾਰੀ ਸਵਾਰਥ ਨਹੀਂ ਹੈ, ਕੋਈ ਮਾਇਆ ਦਾ ਜਾਂ ਕੋਈ ਹੋਰ ਸੰਸਾਰ ਦਾ। ਇਹਨੂੰ ਆਤਮਿਕ ਪ੍ਰੇਮ ਕਹਿੰਦੇ। ਇਹਦੇ ਵਿੱਚ ਸਿਰਫ ਸਾਨੂੰ ਇਹ ਹੁੰਦਾ ਹੈ ਵੀ ਅਸੀਂ ਮਾਲਕ ਨੂੰ ਮਿਲਣਾ ਅਤੇ ਆਪਦੇ ਜੀਵਨ ਦਾ ਲਾਹਾ ਖੱਟਣਾ। ਅਤੇ ਇਹ ਜਿਹੜਾ ਆਤਮਿਕ ਪ੍ਰੇਮ ਹੈ ਇਹਦੀ ਖਿੱਚ ਹੁੰਦੀ, ਜਿਵੇਂ ਹੁਣ ਆਪਾਂ ਨੂੰ ਖਿੱਚ ਹੁੰਦੀ ਵੀ ਕਦੋਂ ਸਮਾਂ ਹੋਣ ਵਾਲਾ ਵੀ ਚੱਲੀਏ ਸੰਗਤ 'ਚ ਜਾਣਾ। ਜਿਹਦੇ ਕਿਤੇ ਨਾ ਆਇਆ ਜਾਵੇ ਅਤੇ ਉਹਦੇ ਮਨ ਨੂੰ ਬੜਾ ਹੁੰਦਾ ਵੀ ਕੋਈ ਚੀਜ਼ ਰਹਿ ਗਈ ਸਾਡੇ ਕੋਲ, ਵੀ ਉਹ ਸਾਨੂੰ ਉਦੋਂ ਦੁੱਖ ਮਹਿਸੂਸ ਹੁੰਦਾ, ਸਾਨੂੰ ਘਾਟਾ ਲੱਗਦਾ ਵੀ ਸਾਨੂੰ ਬੜਾ ਘਾਟਾ ਪੈ ਗਿਆ, ਕਿਉਂਕਿ ਉਹ ਪਿਆਰ ਸੀ, ਪ੍ਰੇਮ ਸੀ। ਇਸ ਕਰਕੇ ਫਿਰ ਇਹ ਸਤ ਸੰਗਤ ਦੇ ਨਾਲ ਜਦੋਂ ਸਾਡਾ ਇੱਦਾਂ ਪ੍ਰੇਮ ਪੈ ਜਾਂਦਾ, ਇਹ ਉਦੋਂ ਪੈਂਦਾ ਜਦੋਂ ਮਾਲਕ ਸਾਡੇ 'ਤੇ ਪ੍ਰਸੰਨ ਹੁੰਦੇ, ਜਦੋਂ ਸਾਡੇ 'ਤੇ ਬਹੁਤ ਖੁਸ਼ ਹੁੰਦੇ, ਉਦੋਂ ਸਾਡੀ ਇਹ ਖਿੱਚ ਬਣ ਜਾਂਦੀ, ਉਦੋਂ ਸਾਡੇ ਅੰਦਰ ਇਹ ਪ੍ਰੇਮ ਬਣ ਜਾਂਦਾ। ਮਹਾਰਾਜ ਕਹਿੰਦੇ ਜੈ ਠਾਕਰ ਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ, ਵੀ ਜਿਨ੍ਹਾਂ ਦੇ ਉਹ ਠਾਕਰ ਪ੍ਰਸੰਨ ਹੋ ਜਾਂਦੇ ਮਾਲਕ, ਉਹਨਾਂ ਦਾ ਪਿਆਰ ਸਤ ਸੰਗਤ ਦੇ ਨਾਲ ਪੈ ਜਾਂਦਾ। ਉਹ ਫਿਰ ਰਹਿ ਨਹੀਂ ਸਕਦੇ, ਉਹ ਖਿੱਚ ਹੁੰਦੀ ਵੀ ਚੱਲੀਏ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇੱਕ ਪਿਆਰ ਹੈ ਆਤਮਿਕ, ਜਿਹਦੇ ਵਿੱਚ ਕੋਈ ਸਵਾਰਥ ਨਹੀਂ। ਸੰਸਾਰ ਦਾ ਜਿਹੜਾ ਪਿਆਰ ਉਹਦੇ 'ਚ ਸਵਾਰਥ, ਅਤੇ ਉਹ ਸਵਾਰਥ ਤੋਂ ਬਿਨਾਂ ਜੀਵ ਕਿਸੇ ਕੋਲ ਖੜ੍ਹਦਾ ਹੀ ਨਹੀਂ। ਕੰਮ ਹੈ, ਸਵਾਰਥ ਹੈ ਅਤੇ ਖੜੂ, ਨਹੀਂ ਤਾਂ ਕਹਿੰਦਾ ਮੈਂ ਕੀ ਲੈਣਾ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਉਹ ਜਿਹੜਾ ਸਵਾਰਥ ਵਾਲਾ ਪਿਆਰ ਉਹ ਜ਼ਿਆਦਾ ਸਮਾਂ ਨਹੀਂ ਨਿਭਦਾ, ਉਹ ਜ਼ਿਆਦਾ ਸਮਾਂ ਨਹੀਂ ਚੱਲਦਾ। ਉਹ ਸਵਾਰਥ ਹੁੰਦਾ ਟੁੱਟ ਜਾਂਦਾ, ਅਤੇ ਜਿਹਦੇ ਵਿੱਚ ਸਵਾਰਥ ਨਹੀਂ ਉਹ ਫਿਰ ਧੁਰ ਦਰਗਾਹ ਤੱਕ ਨਿਭ ਜਾਂਦਾ, ਉਹ ਆਖਰੀ ਸਵਾਸਾਂ ਤੱਕ ਨਿਭ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੰਸਾਰੀ ਜੀਵ ਤਾਂ ਉਹ ਸਵਾਰਥ ਤੋਂ ਬਿਨਾਂ ਸੋਚਦਾ ਹੀ ਨਹੀਂ, ਉਹਦੀ ਸੋਚ ਹੀ ਇੱਥੇ ਤੱਕ ਹੈ। ਉਹ ਸੋਚਦਾ ਵੀ ਇਹਨਾਂ ਦਾ ਇਹਦੇ ਵਿੱਚ ਵੀ ਕੋਈ ਸਵਾਰਥ ਹੋਣਾ। ਜਿਵੇਂ ਕਈ ਜੀਵ ਇਹੋ ਸਮਝਦੇ ਵੀ ਇਹ ਕਥਾ ਵਿਚਾਰ ਕਰਦੇ ਵੀ ਸ਼ਾਇਦ ਇਹਨਾਂ ਨੂੰ ਪੈਸੇ ਮਿਲਦੇ ਹੋਣ, ਵੀ ਇਹਨਾਂ ਨੂੰ ਤਨਖਾਹ ਮਿਲਦੀ ਹੋਣੀ, ਵੀ ਇਹ ਤਾਂ ਕਰਦੇ ਨੇ, ਪੈਸਿਆਂ ਦੀ ਖਾਤਰ ਕਰਦੇ। ਉਹ ਮਤਲਬ ਕਿ ਵੀ ਉਹ ਸੋਚ ਹੀ ਜੀਵ ਦੀ ਉੱਥੇ ਤੱਕ ਹੈ ਸਵਾਰਥ ਵਾਲੀ, ਵੀ ਉਹ ਸਮਝਦਾ ਵੀ ਇਹ ਸਵਾਰਥ ਕਰਕੇ ਹੀ ਕਰਦੇ। ਆਪਾਂ ਨੂੰ ਸਮਝਾਉਂਦੇ ਵੀ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੈ, ਇਹ ਪ੍ਰੇਮ ਹੈ। ਪਿਆਰ ਦੇ ਵਿੱਚ ਤਾਂ ਸਾਰਾ ਕੁਛ ਵਾਰਿਆ ਜਾ ਸਕਦਾ, ਕੁਰਬਾਨ ਕੀਤਾ ਜਾ ਸਕਦਾ ਪ੍ਰੇਮ ਦੇ ਵਿੱਚ। ਤਾਂਹੀਓ ਗੁਰੂ ਸਾਹਿਬ ਨੇ ਆਖਿਆ ਮਾਲਕ ਨੂੰ ਬਈ ਸਾਨੂੰ ਤੇਰੀ ਪ੍ਰੀਤ ਚਾਹੀਦੀ, ਤੇਰੇ ਨਾਲ ਪ੍ਰੇਮ ਸਾਡਾ ਪੈ ਜੇ। ਅਸੀਂ ਜਪ ਤਪ ਸੰਜਮ ਹਰਖ ਸਾਰਾ ਕੁਛ ਇੱਕ ਨਿਮਕ ਤੇਰੇ ਪਿਆਰ ਦੀ ਖਾਤਰ, ਸਾਰਾ ਕੁਛ ਅਸੀਂ ਵਾਰਨ ਨੂੰ ਤਿਆਰ। ਮਹਾਰਾਜ ਕਹਿੰਦੇ ਜਪ ਤਪ ਸੰਜਮ ਹਰਖ ਸੋਗ, ਮਾਨ ਮਹਿਤ ਔਰ ਗਰਭ ਮੂਸਣ ਨਿਮਕ ਪ੍ਰੇਮ ਪਰ, ਬਾਰ ਬਾਰ ਦਿਉ ਸਰਬ। ਵੀ ਇੱਕ ਨਿਮਕ ਪ੍ਰੇਮ ਦੀ ਖਾਤਰ ਮੈਂ ਸਾਰਾ ਕੁਛ ਹੀ ਵਾਰ ਦਿਆਂ, ਇਹ ਪਿਆਰ ਹੈ। ਪਰ ਜਦੋਂ ਜੀਵ ਸਵਾਰਥੀ ਹੁੰਦਾ ਉਹ ਇਹ ਪਿਆਰ ਨੂੰ ਨਹੀਂ ਸਮਝ ਸਕਦਾ, ਕਿਉਂਕਿ ਇਹ ਆਤਮਿਕ ਪ੍ਰੇਮ ਹੈ। ਇਹਦੀ ਸਮਝ ਸਾਨੂੰ ਫੇਰ ਆਉਂਦੀ ਜਦੋਂ ਅਸੀਂ ਸਤ ਸੰਗਤ ਕਰਦੇ। ਜਦੋਂ ਸਾਡਾ ਆਪਦਾ ਪਿਆਰ ਪੈਂਦਾ ਫਿਰ ਸਾਨੂੰ ਪਤਾ ਲੱਗਦਾ ਵੀ ਇਹਦੀ ਕੋਈ ਕੀਮਤ ਨਹੀਂ ਹੈ। ਅਤੇ ਜਦ ਤੱਕ ਅਸੀਂ ਆਪ ਇਸ ਮਾਰਗ 'ਤੇ ਨਹੀਂ ਚੱਲਦੇ ਉਹਨਾਂ ਸਮਾਂ ਸਾਨੂੰ ਭੇਤ ਨਹੀਂ ਆਉਂਦਾ। ਤਾਂਹੀਓ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਆਪ ਚੱਲੋ, ਤੁਸੀਂ ਆਪ ਕਰੋ ਸਿਮਰਨ। ਸਿਮਰਨ ਆਪ ਕਰਕੇ ਤੁਸੀਂ ਆਪ ਸਹਿਜ ਵਿੱਚ ਆਓ, ਤੁਸੀਂ ਉਹ ਹੁਕਮ ਨੂੰ ਬੁੱਝੋ, ਹੁਕਮ ਦੇ ਨਾਲ ਜੁੜੋ।
ਤੇ ਆਓ ਹੁਣ ਉਹ ਹੁਕਮ ਤੱਕ ਪਹੁੰਚਣ ਵਾਸਤੇ, ਉਹ ਭਾਣੇ ਤੱਕ ਪਹੁੰਚਣ ਵਾਸਤੇ ਜੋ ਸਾਨੂੰ ਮਹਾਰਾਜ ਜੀ ਸਿਮਰਨ ਅਭਿਆਸ ਦੱਸਦੇ, ਸਿਮਰਨ ਅਭਿਆਸ ਕਰਦੇ ਹੋਏ ਅਸੀਂ ਅੰਤਰਮੁਖੀ ਹੁੰਦੇ ਹੋਏ ਉਹ ਮਾਲਕ ਦੀ ਆਵਾਜ਼ ਨੂੰ ਸੁਣਨਾ, ਉਹ ਹੁਕਮ ਨੂੰ ਸੁਣਨਾ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਆਪਾਂ ਜਦੋਂ ਸਿਮਰਨ ਕਰਦੇ, ਸਿਮਰਨ ਇਸ ਕਰਕੇ ਕਰਨਾ ਤਾਂ ਕਿ ਸਾਡਾ ਮਨ ਅੰਤਰਮੁਖੀ ਹੋਵੇ, ਸਹੀ ਦੇ ਵਿੱਚ ਆਵੇ, ਇਹ ਬਾਣੀ ਦੇ ਵਿੱਚ ਆਵੇ, ਹੁਕਮ ਨੂੰ ਬੁੱਝ ਲਵੇ, ਹੁਕਮ ਦੇ ਵਿੱਚ ਆਵੇ। ਇਸ ਵਾਸਤੇ ਫਿਰ ਸਿਮਰਨ ਦੇ ਨਾਲ ਨਾਲ ਸਾਨੂੰ ਇਹ ਗਿਆਨ ਦਿੱਤਾ ਜਾਂਦਾ ਵੀ ਅਸੀਂ ਜੋ ਇਹ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਜਾਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਇਸ ਕਰਕੇ ਨਹੀਂ ਗੁਰਬਾਣੀ ਨੂੰ ਪੜ੍ਹਨਾ, ਇਸ ਕਰਕੇ ਸਿਮਰਨ ਨਹੀਂ ਕਰਨਾ, ਇਸ ਕਰਕੇ ਨਹੀਂ ਅਸੀਂ ਗੁਰੂ ਘਰ ਆਉਣਾ ਵੀ ਸਾਡੀ ਸੰਸਾਰ ਦੀ ਆਹ ਮੰਗ ਹੈ ਪੂਰੀ ਹੋਵੇ। ਵੀ ਜੇ ਸਾਡੀ ਪੂਰੀ ਹੋਏਗੀ ਤਾਂ ਅਸੀਂ ਮਹੀਨਾ, ਸਵਾ ਮਹੀਨਾ, 2 ਮਹੀਨੇ ਆਵਾਂਗੇ, ਜੀਵ ਸੁੱਖਣਾ ਸੁੱਖ ਲੈਂਦੇ। ਉਹ ਅਗਿਆਨਤਾ, ਉਹ ਸਾਡੀ ਆਪਣੀ ਮਨ ਮੱਤ ਹੈ। ਅਸੀਂ ਸਿਮਰਨ ਇਸ ਕਰਕੇ ਕਰਨਾ ਤਾਂ ਕਿ ਅਸੀਂ ਮਾਲਕ ਨੂੰ ਮਿਲੀਏ, ਅਸੀਂ ਆਪਦੇ ਘਰ 'ਚ ਆਈਏ। ਗੁਰਬਾਣੀ ਨੂੰ ਇਸ ਕਰਕੇ ਪੜ੍ਹਨਾ, ਵਿਚਾਰਨਾ ਤਾਂ ਕਿ ਸਾਨੂੰ ਆਪਦੇ ਆਪੇ ਦੀ ਸੋਝੀ ਹੋ ਜੇ, ਸਾਨੂੰ ਗਿਆਨ ਹੋ ਜੇ ਸਾਡੇ ਅੰਦਰ ਦਾ। ਅਤੇ ਸਤ ਸੰਗਤ ਵੀ ਆਪਾਂ ਇਸੇ ਕਰਕੇ ਕਰਨੀ ਵੀ ਤਾਂ ਕਿ ਅਸੀਂ ਮਾਲਕ ਨਾਲ ਮਿਲਾਪ ਕਰ ਲਈਏ, ਸਾਨੂੰ ਇਹ ਰਸਤੇ ਦਾ ਭੇਤ ਆ ਜੀ, ਸਾਨੂੰ ਪਤਾ ਲੱਗ ਜੇ ਰਸਤੇ ਵਿੱਚ ਕੀ ਕੀ ਰੁਕਾਵਟਾਂ ਨੇ, ਉਹ ਰੁਕਾਵਟਾਂ ਨੂੰ ਅਸੀਂ ਕਿਵੇਂ ਪਾਸੇ ਹਟਾਉਣਾ, ਕੀ ਕੀ ਨਿਸ਼ਾਨੀਆਂ ਪ੍ਰਗਟ ਹੁੰਦੀਆਂ,
ਸਤ ਸੰਗਤ ਦਾ ਭਾਵ ਹੀ ਇਹ ਹੁੰਦਾ ਹੈ ਵੀ ਸਤ ਸੰਗਤ 'ਚ ਜਿੱਥੇ ਵਿਚਾਰਨ ਦੀ ਸੱਚ ਤੇ ਨਾਮ ਦੀ ਵੀ ਗੁਰਮੁਖ ਇੱਕ ਅੱਗੇ ਗਿਆ ਹੈ, ਉਹਨੇ ਆਪਾਂ ਨੂੰ ਅੱਗੇ ਤਾਂ ਦੱਸੀ ਜਾਣਾ ਵੀ ਅੱਗੇ ਆਵਾਜ਼ ਉਹਨੇ ਦਿੱਤੀ ਜਾਣੀ ਵੀ ਅੱਗੇ ਆਹ ਰਸਤਾ ਹੈ ਵੀ ਤੁਸੀਂ ਤੁਰੇ ਆਊਗਾ, ਵੀ ਅੱਗੇ ਆਹ ਨਿਸ਼ਾਨੀ ਪ੍ਰਗਟ ਹੋਏਗੀ, ਅੱਗੇ ਆਹ ਹੋਏਗੀ, ਉਹ ਸਾਨੂੰ ਦੱਸੀ ਜਾਣਾ। ਸਤ ਸੰਗਤ ਦਾ ਭਾਵ ਇਹ ਹੁੰਦਾ ਵੀ ਅਸੀਂ ਜਦੋਂ ਇਹ ਲਿਵ ਦੇ ਮਾਰਗ 'ਤੇ ਚੱਲਣਾ, ਕੀ ਸਾਨੂੰ ਅੰਦਰੋਂ ਨਿਸ਼ਾਨੀਆਂ ਪ੍ਰਗਟ ਹੋਣੀਆਂ, ਕੀ ਸਾਨੂੰ ਸ਼ਬਦ ਸੁਣਾਈ ਦੇਣੇ, ਉਹ ਸਾਰਾ ਸਾਨੂੰ ਦੱਸੀ ਜਾਣਾ। ਤਾਂ ਕਰਕੇ ਸਤ ਸੰਗਤ ਕਰੀਦੀ ਵੀ ਤਾਂ ਕਿ ਸਾਨੂੰ ਇਹ ਭੇਤ ਆ ਜੇ ਵੀ ਕਿੰਨਾ ਕੁ ਅਸੀਂ ਸਫ਼ਰ ਤੈਅ ਕੀਤਾ, ਕਿੰਨਾ ਕੁ ਸਾਡਾ ਸਫ਼ਰ ਬਾਕੀ ਹੈ ਹਜੇ ਘਰੇ ਜਾਣ ਵਾਸਤੇ, ਮਾਲਕ ਦੇ ਨਾਲ ਮਿਲਾਪ ਵਾਸਤੇ। ਉਹ ਤਾਂ ਸਤ ਸੰਗਤ ਕਰੀਦੀ ਵੀ ਸਾਨੂੰ ਪਤਾ ਲੱਗ ਜੇ। ਸੋ ਇਹ ਜੋ ਬਾਕੀ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਹੁਕਮ ਹੈ ਪਰਮਾਤਮਾ ਦਾ ਨਾਮ, ਅਸੀਂ ਉਹ ਹੁਕਮ ਨੂੰ ਬੁੱਝ ਲਈਏ, ਹੁਕਮ ਦੇ ਵਿੱਚ ਆ ਜਾਈਏ, ਉਹਦੇ ਬਾਣੀ 'ਚ ਆ ਜਾਈਏ, ਅਤੇ ਇਹ ਸਾਡੇ ਮਨ ਦੀ ਅਵਸਥਾ ਬਣ ਜੇ ਵੀ ਜੋ ਤੂੰ ਮਾਲਕ ਕਰੇਗਾ ਉਹੀਓ ਸਾਡੇ ਵਾਸਤੇ ਭਲਾ, ਤੂੰ ਜੋ ਵੀ ਕਰ ਰਿਹਾ ਹੈ ਉਹ ਵੀ ਭਲਾ, ਜੋ ਤੂੰ ਕਰੇਗਾ ਉਹ ਵੀ ਭਲਾ ਹੀ ਹੈ ਸਾਡੇ ਵਾਸਤੇ। ਇਹ ਕਹਿੰਦੇ ਗੁਰਮੁਖ ਦੀ ਵਸ। ਇਸ ਅਵਸਥਾ 'ਚ ਮਨ ਆ ਜੇ ਤੇਰਾ ਕੀਆ ਮੀਠਾ ਲਾਗੀ, ਵੀ ਤੇਰਾ ਕੀਤਾ ਹੋਇਆ ਸਾਨੂੰ ਪਿਆਰਾ ਲੱਗਣ ਲੱਗ ਜੇ, ਸਾਨੂੰ ਮਿੱਠਾ ਲੱਗਣ ਲੱਗ ਜੇ। ਅਸੀਂ ਇੰਨੇ ਸਵਾਰਥੀ ਨਾ ਹੋਈਏ ਵੀ ਅਸੀਂ ਰੋਸ ਕਰੀਏ ਵੀ ਅਸੀਂ ਆਏ ਸੋਚੇ, ਅਸੀਂ ਆਏ ਕਾਹਤੋਂ ਹੋ ਗਏ, ਵੀ ਸਾਡਾ ਸਵਾਰਥ ਨਾ ਰਹੇ। ਜੇ ਅਸੀਂ ਸਵਾਰਥੀ ਨਹੀਂ ਹੋਵਾਂਗੇ ਤਾਂ ਸਾਨੂੰ ਰੋਸ ਨਹੀਂ ਹੋਏਗਾ, ਫਿਰ ਅਸੀਂ ਉਹਦੇ ਭਾਣੇ 'ਚ ਹੋਵਾਂਗੇ, ਸਹਿਜ ਦੇ ਵਿੱਚ ਹੋਵਾਂਗੇ। ਅਤੇ ਇਹੋ ਗੁਰਮੁਖ ਦਾ ਜੀਵਨ, ਗੁਰਮੁਖ ਹੋਵੇ ਸੋ ਭਾਣਾ ਮੰਨੇ। ਜੇ ਨਹੀਂ ਮੰਨਦਾ ਜਿਹੜਾ ਉਹ ਦੁਖੀ ਹੁੰਦਾ, ਭਾਣਾ ਨਾ ਮੰਨੇ ਤਾਂ ਬਹੁਤ ਦੁੱਖ ਪਾਏ। ਸੋ ਹੁਣ ਮਹਾਰਾਜ ਆਪਣੇ 'ਤੇ ਕਿਰਪਾ ਕਰਨ, ਆਪਾਂ ਨੂੰ ਆਪਣਾ ਭਾਣਾ ਮਨਾ ਲੈਣ, ਸਾਨੂੰ ਹੁਕਮ ਦਾ ਭੇਦ ਦੇ ਦੇਣ, ਸਾਨੂੰ ਹੁਕਮ ਦੇ ਵਿੱਚ ਲੈ ਆਉਣ। ਇਹੋ ਮਾਲਕ ਨੂੰ ਆਪਾਂ ਬੇਨਤੀਆਂ, ਇਹੋ ਅਰਦਾਸਾਂ, ਇਹੋ ਜੋਦੜੀਆਂ, ਸੋ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।